ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ। ਬੇਅਦਬੀ ਦੇ ਮੁੱਦੇ ਤੇ ਸਿਆਸਤ ਇੱਥੋਂ ਤੱਕ ਪਹੁੰਚੀ ਹੈ ਕਿ ਉਸਨੇ ਸੱਤਾ ਵੀ ਹਾਸਲ ਕੀਤੀ ਹੈ ਪਰ ਇਨਸਾਫ ਨਹੀਂ ਦਿਵਾਇਆ। ਬੇਅਦਬੀ ਦਾ ਮੁੱਦਾ ਇੰਨਾ ਵੱਡਾ ਹੈ ਕਿ ਸੱਤਾ ਪਰਿਵਰਤਨ ਹੋ ਜਾਵੇ ਜਾਂ ਬੇਅਦਬੀ ਦੇ ਮੁੱਦੇ ਨੂੰ ਉਸ ਤਰੀਕੇ ਵਰਤ ਕੇ ਵੱਡਾ ਕੀਤਾ ਜਾ ਰਿਹਾ। ਇਹ ਸਾਰੇ ਸਵਾਲ ਹੋਣੇ ਲਾਜ਼ਮੀ ਆ। ਹਾਲਾਂਕਿ ਇਹਨਾਂ ਸਵਾਲਾਂ ਤੋਂ ਕਤਰਾਇਆ ਵੀ ਜਾ ਰਿਹਾ ਕਿ ਬੇਅਦਬੀ किस लिए किहड़ा एजेंडा है। हालांकि संगत है जिहड़ी इस पूरे मामले विच भावनात्मक मुद्दे ते उत्ते सोचती है पर सियासत उन्हां भावनावां नूं वरतदी पई है। ये सारे सवाल होने लाजमी है कि बेअदबी सियासी एजेंडा। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਬੇਅਦਬੀ ਦੀਆਂ ਵੱਧਦੀਆਂ ਘਟਨਾਵਾਂ ਤੇ ਅਸਲ 'ਚ ਕਿਹੜੀ ਬਹਿਸ ਦੀ ਲੋੜ ਹੈ। ਇਸੇ ਬਹਿਸ ਨੂੰ ਅਸੀਂ ਆਗਾਜ਼ ਕਰਨ ਜਾ ਰਹੇ ਹਾਂ ਤੇ ਜਿਹੜਾ ਪੈਨਲ ਸਾਡੇ ਨਾਲ ਉਹਨਾਂ ਤੁਹਾਡਾ ਤਾਰਫ ਕਰਾਉਣ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਗੁਰਤੇਜ ਸਿੰਘ IAS ਸਿੱਖ ਸਕਾਲਰ ਨੇ, ਸਿੱਖ ਬੁੱਧੀਜੀਵੀ ਨੇ ਤੇ ਜਰਨੈਲ ਸਿੰਘ ਪਿੰਡਰਾਵਾਲਾ ਉਹਨਾਂ ਦੇ ਬੜੇ ਨੇੜੇ ਰਹੇ ਆ। ਬੜੀਆਂ ਇਹਨਾਂ ਨੇ ਕਿਤਾਬਾਂ ਲਿਖੀਆਂ ਤੇ ਪੰਥ ਦੀ ਜਿਹੜੀ ਪੋਲਿਟਿਕਸ ਉਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਆ। ਗੁਰਤੇਜ ਸਿੰਘ IAS ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਜੀ। ਮਾਲਵੀ ਸਿੰਘ ਮਾਲੀ ਇਹ ਗੁਰਜੰਟ ਸਿੰਘ ਟੋੜਾ ਹਰਾਂ ਦੇ ਬੜੇ ਨੇੜੇ ਰਹੇ ਆ ਤੇ ਇਹ ਅਕਸਰ ਜਿਹੜੀਆਂ ਟਿੱਪਣੀਆਂ ਕਰਦੇ ਆ ਉਹਨਾਂ ਤੇ ਬਹੁਤ ਵੱਡੀ ਚਰਚਾ ਛਿੜ ਜਾਂਦੀ ਹੈ। ਸੋਸ਼ਲ ਮੀਡੀਆ ਤੇ ਬੜੇ ਸਰਗਰਮ ਰਹਿੰਦੇ ਨੇ। ਮਾਲਵੀ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਤੌਰ ਤੇ ਸਾਡੇ ਨਾਲ ਹੋਣਗੇ। ਮਾਲੀ ਸਾਹਿਬ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਹਰਸਿਮਰਨ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਵੀ ਬੜੀਆਂ ਕਿਤਾਬਾਂ ਲਿਖੀਆਂ ਤੇ ਡਾਇਰੈਕਟਰ ਨੇ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਦੇ ਤੇ ਇਹਨਾਂ ਨੂੰ ਸਭ ਕੁਝ ਪਤਾ ਹੈ ਕਿ ਤਸੀਰ ਹੈ ਕੀ ਹੈ ਤੇ ਮਲਮ ਲੱਗਣਾ ਕਿੱਥੇ ਹੈ। ਹਰਸਿਮਰਨ ਸਿੰਘ ਅੱਜ ਕਿਹੜੀ ਲਾਈਨ ਅਖਤਿਆਰ ਕਰਦੇ ਅਸੀਂ ਇੰਤਜ਼ਾਰ ਕਰਾਂਗੇ। ਹਰਸਿਮਰਨ ਸਿੰਘ ਜੀ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਡਾਕਟਰ ਖੁਸ਼ਹਾਲ ਸਿੰਘ ਕੇਂਦਰੀ ਸਿੰਘ ਸਭਾ ਦੇ ਨੁਮਾਇੰਦੇ ਨੇ ਤੇ ਇਹਨਾਂ ਨੇ ਜਿਹੜੀ ਡਾਕਟਰੇਟ ਕੀਤੀ ਹੋਈ ਆ ਉਹ ਵੀ ਉਹਨਾਂ ਧਾਰਮਿਕ ਵਿਸ਼ਿਆਂ 'ਤੇ ਕੀਤੀ ਹੋਈ ਆ ਪਰ ਜਿਹੜਾ ਇਹ ਵਿਸ਼ਾ ਹੈਗਾ ਇਸ 'ਤੇ ਸਿਆਸਤ ਇੱਕ ਵੱਖਰੀ ਚਾਲ ਚੱਲਦੀ ਹੈ। ਸੰਗਤ ਨੂੰ ਕਿੰਨਾ ਪੁੱਛਿਆ ਜਾਂਦਾ ਇਸ ਮੁੱਦੇ 'ਤੇ ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਖੁਸ਼ਹਾਲ ਸਿੰਘ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ। ਮਿਸਟਰ ਮਾਲੀ, ਸਭ ਤੋਂ ਪਹਿਲਾਂ ਟੇਕ ਤੁਹਾਡਾ ਚਾਹੀਦਾ। ਮਾਲੀ ਸਾਹਿਬ, ਜਦੋਂ ਬੇਅਦਬੀ ਦੀ ਗੱਲ ਹੁੰਦੀ ਹੈ ਤੇ ਇਸ ਨੂੰ ਸਿਰਫ ਸਿਆਸੀ ਏਜੰਡੇ ਵਜੋਂ ਪੇਸ਼ ਕੀਤਾ ਜਾਂਦਾ ਹੈ, ਸੰਗਤ ਮੰਨਫੀ ਹੁੰਦੀ ਹੈ। ਮਾਲੀ ਸਾਹਿਬ, ਤੁਹਾਡਾ ਟੇਕ। ਪਹਿਲੀ ਗੱਲ ਤੇ ਇਹ ਹੈ ਜੀ, ਸਾਰੇ ਜਿਹੜੇ ਸਿੱਖ ਵਿਦਵਾਨ ਨੇ ਇਹਨਾਂ ਦੇ ਪ੍ਰਸੰਗ 'ਚ ਮੈਂ ਇਹ ਕਹਿਣਾ ਚਾਹੁੰਦਾ, ਠੀਕ ਆ ਅਸੀਂ ਮੁੱਢ ਤੋਂ ਸਾਡਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਸੀ ਪਰ ਇੱਕ ਦੌਰ ਦੇ ਵਿੱਚ ਮੈਂ ਕਮਿਊਨਿਸਟ ਮੂਵਮੈਂਟ ਦੇ ਵਿੱਚ ਸ਼ਾਮਲ ਹੋਇਆ। 84 ਤੋਂ ਬਾਅਦ ਅਸੀਂ ਆਪਣੀ ਸੋਚ ਬਦਲੀ ਆ। ਸੋ ਇਸ ਕਰਕੇ ਸਿੱਖ ਵਿਦਵਾਨ ਨੇ ਮੁੱਢ ਤੋਂ ਸਿੱਖੀ ਨਾਲ, ਧਰਮ ਨਾਲ ਜੁੜੇ ਹੋਏ ਨੇ ਤੇ ਮੈਂ ਮੁੱਖ ਤੌਰ ਤੇ ਸਿਆਸਤ ਨਾਲ ਜੁੜਿਆ ਰਿਹਾ ਜੀ। ਉਹਦੇ ਵਿੱਚ ਮੈਨੂੰ ਗੁਰਬਾਣੀ ਦਾ ਵੀ ਸੀਮਤ ਗਿਆਨ ਆ, ਇਹਨਾਂ ਗੱਲਾਂ ਦਾ ਵੀ ਸੀਮਤ ਗਿਆਨ ਆ। ਇਸ ਪ੍ਰਸੰਗ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੀਆਂ ਟਿੱਪਣੀਆਂ ਮੁੱਖ ਤੌਰ ਤੇ ਜਿਹੜੀ ਗੱਲ ਤੋਂ ਸਿਆਸਤ ਘੜੀ ਜਾਂਦੀ ਆ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ। ਹੁਣ ਤੁਹਾਡਾ ਸਵਾਲ ਵੀ ਇਹੀ, ਸਭ ਤੋਂ ਪਹਿਲਾਂ ਤਾਂ ਇਹ ਤੈਅ ਕਰਨ ਦੀ ਲੋੜ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਸਾਡਾ ਭਾਵ ਕੀ ਆ। ਦੇਖੋ, ਗੁਰੂ ਗੋਬਿੰਦ ਸਾਹਿਬ ਨੇ ਦੇਹਧਾਰੀ ਗੁਰੂ ਤੋਂ ਸਾਨੂੰ ਮੁਕਤ ਕਰਾਇਆ। ਸ਼ਬਦ ਗੁਰੂ ਸੁਰਤ ਤੋਂ ਚੇਲਾ ਨੂੰ ਗੁਰਗੱਦੀ ਬਖਸ਼ੀ। ਉਸ ਤੋਂ ਬਾਅਦ ਸਾਡਾ ਜਿਹੜਾ ਸੋਚ ਵਿਚਾਰ ਆ ਉਹ ਗੁਰੂ ਗ੍ਰੰਥ ਸਾਹਿਬ ਤੇ ਕੇਂਦਰਿਤ ਆ। ਉਹੀ ਸਾਡੀ ਸੋਚ ਦਾ ਪ੍ਰਤੀਕ ਆ, ਉਹੀ ਸਾਡੇ ਰਾਹ ਦਾ ਪ੍ਰਤੀਕ ਆ। ਗੁਰੂ ਗ੍ਰੰਥ ਸਾਹਿਬ ਦੀਆਂ ਪੀੜਾਂ ਲੱਖਾਂ ਕਰੋੜਾਂ ਦੇ ਵਿੱਚ ਹੈਗੀਆਂ, ਦੁਨੀਆ 'ਚ ਵਸ ਰਹੀਆਂ ਨੇ। ਉਹਦੇ ਵਿੱਚ ਕਈ ਵਾਰ ਅਵਗਿਆ ਵੀ ਹੁੰਦੀ ਆ, ਗਲਤੀ ਵੀ ਹੁੰਦੀ ਆ, ਸੁਧਾਰੀਆਂ ਵੀ ਜਾਂਦੀਆਂ ਨੇ। ਪਰ ਜਿਹੜੀ ਬਰਗਾੜੀ ਬੇਹੁਰਮਤੀ ਹੋਈ ਆ ਨਾ ਜੀ, ਇਹ ਇੱਕ ਸਿਆਸੀ ਹਮਲਾ ਸੀ। ਸਿਆਸੀ ਹਮਲਾ ਇਸ ਪ੍ਰਸੰਗ 'ਚ ਸੀ ਕਿ ਸਿੰਘ ਸਾਹਿਬਾਨ ਨੇ ਇੱਕ ਹੁਕਮਨਾਮਾ ਜਾਰੀ ਕਰਕੇ ਸਰਸੇ ਵਾਲੇ ਸਾਧ ਨੂੰ ਦੋਸ਼ੀ ਕਰਾਰ ਦੇਣ ਦੀ ਥਾਂ ਇੱਕ ਪੂਰੇ ਫਿਰਕੇ ਨੂੰ ਦੋਸ਼ੀ ਕਰਾਰ ਦੇਤਾ। ਮਾਲੀ ਸਾਹਿਬ ਤੁਸੀਂ ਆਪਣੀ ਕਮੈਂਟਰੀ ਜਾਰੀ ਰੱਖੋ, ਮੈਨੂੰ ਕੋਈ ਦਿੱਕਤ ਨਹੀਂ ਮਾਲੀ ਸਾਹਿਬ। ਪਰ ਸਿੱਧਾ ਆਪਾਂ ਬਰਗਾੜੀ ਤੇ ਆ ਗਏ। ਮੈਂ ਬਰਗਾੜੀ ਦਾ ਸਵਾਲ ਨਹੀਂ ਕਰ ਰਿਹਾ। ਕਿਉਂ ਬਰਗਾੜੀ ਤੇ ਫੋਕਸ ਹੋ ਰਿਹਾ? ਉਹ ਇਸ ਕਰਕੇ ਹੋ ਰਿਹਾ ਕਿਉਂਕਿ ਬਰਗਾੜੀ ਦੀ ਜਿਹੜੀ ਬੇਹੁਰਮਤੀ ਆ ਉਹ ਸਿਆਸੀ ਮਕਸਦਾਂ ਨਾਲ ਕੀਤੀ ਆ, ਉਹ ਵੋਟ ਪੋਲਿਟਿਕਸ ਦੇ ਨਾਲ ਕੀਤੀ ਗਈ ਆ। ਉਹ ਜਿਹੜਾ ਇੱਕ ਡੇਰਾਵਾਦ ਨੂੰ ਉਭਾਰਿਆ ਸੀ ਉਹਦਾ ਅਕਾਲੀਆਂ ਵੱਲੋਂ, ਉਹ ਜਿਹੜਾ ਉਹਨੂੰ ਆਪਦਾ ਰੱਬ ਦਾ ਰੂਪ ਸਮਝਦੇ ਸੀ, ਜਦੋਂ ਉਹਦੀ ਫਿਲਮ ਨਹੀਂ ਚੱਲਣ ਦਿੱਤੀ ਫਿਰ ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਹੱਥ ਪਾਇਆ। ਉੱਥੋਂ ਇਹ ਗੱਲ ਸ਼ੁਰੂ ਹੋਈ, ਵੋਟਾਂ ਦੀ ਪੋਲਰਾਈਜੇਸ਼ਨ ਹੋਈ। ਹੁਣ ਤੱਕ ਕੀ ਹੋਇਆ,
ਬੇਅਦਬੀ ਲਈ ਇਨਸਾਫ ਦੀ ਥਾਂ ਬੇਅਦਬੀ ਨੂੰ ਸਿਆਸੀ ਪਾਲਾਬੰਦੀ ਤੇ ਵੋਟਾਂ ਖਾਤਰ ਵਰਤਿਆ ਜਾ ਰਿਹਾ, ਜਿਹਦੇ ਕਰਕੇ ਇਹਦਾ ਇਨਸਾਫ ਨਹੀਂ ਮਿਲ ਰਿਹਾ। ਠੀਕ ਠੀਕ। ਦੋਸ਼ੀ ਆ ਜਿਹੜੇ ਅਸੀਂ ਕਹਿੰਦੇ ਅਸਲੀ ਦੋਸ਼ੀ ਫੜੋ, ਦੋਸ਼ੀ ਫੜੇ ਵੀ ਗਏ ਨੇ, ਉਹ ਮਾਰੇ ਵੀ ਜਾ ਰਹੇ ਨੇ। ਤਾਂ ਮੇਰੇ ਕਹਿਣ ਦਾ ਮਤਲਬ ਵੋਟਾਂ ਦੀ ਸਿਆਸਤ ਬਣ ਕੇ ਰਹਿ ਗਿਆ, ਇਹ ਪੋਲਰਾਈਜੇਸ਼ਨ ਦਾ ਮੁੱਦਾ ਬਣ ਕੇ ਰਹਿ ਗਿਆ। ਚਲੋ ਠੀਕ ਹੈ। ਆਪ ਦੇ ਮੁੱਦੇ ਤੋਂ ਇਹ ਲੜਾਈ ਭਟਕ ਗਈ, ਜੋ ਮੈਨੂੰ ਮਹਿਸੂਸ ਹੁੰਦਾ। ਠੀਕ ਹੈ। ਹਰਸਿਮਰਤ ਸਿੰਘ ਜੀ, ਬੇਅਦਬੀ ਦਾ ਮੁੱਦਾ ਸਿਰਫ ਸਿਆਸੀ ਏਜੰਡਾ ਬਣ ਕੇ ਰਹਿ ਗਿਆ? ਮਾਲੀ ਸਾਹਿਬ ਦੀ ਟਿੱਪਣੀ ਨਾਲ ਇਤਫਾਕ ਰੱਖਦੇ ਹੋ ਤੁਸੀਂ? ਚਲੋ ਇਹਦਾ ਸਿਆਸੀ ਐਂਗਲ ਵੀ ਹੈਗਾ, ਮੈਂ ਇਨਕਾਰ ਨਹੀਂ ਕਰਦਾ, ਪਰ ਸਵਾਲ ਇਹ ਹੈ ਵੀ ਜਿਹੜਾ ਮੂਲ ਮੁੱਦਾ ਉਸ ਨੇ 2022 ਦਾ KP ਸਿੰਘ ਜੀ, ਉਹ ਇਹ ਹੈ ਕਿ ਮੈਂ ਮਹਿਸੂਸ ਕਰਦਾ ਵੀ ਜਦੋਂ ਤੱਕ ਕਿਸੇ ਵੀ ਕੋਈ ਇਸ਼ੂ ਬਾਰੇ ਕੋਈ ਇਸ਼ੂ ਰੇਜ਼ ਹੁੰਦਾ ਹੈ, ਕਿ ਚਾਹੇ ਪਰਿਵਾਰ ਹੋਵੇ, ਚਾਹੇ ਕੌਮ ਹੋਵੇ ਜਾਂ ਦੇਸ਼ ਹੋਵੇ, ਜਦ ਤੱਕ ਉਸ ਦਾ ਲੌਜੀਕਲ ਕੰਕਲੂਜਨ ਨਹੀਂ ਨਿਕਲਦਾ, ਸਾਰੀਆਂ ਵੀ ਇਫੈਕਟਿਵ ਪਾਰਟੀਆਂ ਨੇ ਜਦ ਤੱਕ ਉਹਨਾਂ ਦੇ ਸੰਤੁਸ਼ਟੀ ਤੱਕ ਮੁੱਦਾ ਖੜਾ ਰਹਿੰਦਾ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਸਾਡੀ ਪ੍ਰਗਟ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਦੇਸ਼ ਕੀਤਾ ਹੋਇਆ, ਜਿਹੜੇ ਨੇ ਔਰ ਸਾਰੀ ਦੁਨੀਆ ਦੇ ਵਿੱਚ ਗਿਆਨ ਦਾ ਭੰਡਾਰ ਹੈ, ਗਿਆਨ ਦਾ ਸੂਰਜ ਹੈ, ਉਸ ਨੂੰ ਸਾਰੇ ਸਤਿਕਾਰ ਕਰਦੇ ਨੇ। ਮੈਂ ਮਹਿਸੂਸ ਕਰਦਾ ਕਿ ਪਿਛਲੇ ਸਮਿਆਂ ਦੇ ਵਿੱਚ, ਪਿਛਲੇ 15 ਸਾਲ ਦੇ ਵਿੱਚ ਸਿੱਖ ਕੌਮ ਦੇ ਆਲੇ ਦੁਆਲੇ ਵਿਰੋਧੀਆਂ ਦਾ ਇੰਨਾ ਘੇਰਾ ਟਾਈਟ ਹੋ ਗਿਆ, ਜਾਂ ਵਿਰੋਧੀ ਵੱਧ ਗਏ ਨੇ, ਤੇ ਉਹਨਾਂ ਨੇ ਸਿੱਖਾਂ ਨੂੰ ਦਰਦ ਪਹੁੰਚਾਉਣ ਵਾਸਤੇ ਹਰ ਜਿਹੜਾ ਯਤਨ ਹੈ ਉਸ ਨੂੰ ਨਹੀਂ ਛੱਡਿਆ, ਹਰ ਯਤਨ ਕਰਦੇ ਆ ਰਹੇ ਨੇ। ਤੇ ਜਿਹੜਾ ਬੇਅਦਬੀ ਦਾ ਗੁਰੂ ਗ੍ਰੰਥ ਸਾਹਿਬ ਦਾ ਜਿਸ ਤਰ੍ਹਾਂ ਬੇਅਦਬੀ ਹੋਈ ਹੈ ਬਰਗਾੜੀ ਦੇ ਵਿੱਚ, ਉਹ ਜਿਹੜਾ ਦਰਦਨਾਇਕ ਹੈ, ਉਹ ਦੁਖਦਾਇਕ ਹੈ, ਉਹ ਜ਼ਖਮ ਦਿੱਤਾ ਉਸਨੇ ਬਹੁਤ ਵੱਡਾ ਸਿੱਖ ਪੰਥ ਨੂੰ, ਔਰ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਨੇ ਨਹੀਂ, ਇਸ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ। ਹਰਸਿਮਰਤ ਸਿੰਘ ਜੀ, ਆਪਾਂ ਇਹ ਤੇ ਖੁੱਲ ਕੇ ਕਮੈਂਟ ਕਿਉਂ ਨਹੀਂ ਕਰਦੇ? ਸਿਆਸੀ ਹਥਿਆਰ ਤਾਂ ਇਹਦੇ ਚ ਐਂਟਰ ਹੋ ਗਿਆ ਨਾ ਜੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਜਦੋਂ ਉਸਦੇ ਜਿਹੜੀ ਇਨਸਾਫ ਨਹੀਂ ਮਿਲਿਆ, ਸਰਕਾਰ ਦੇ ਖਿਲਾਫ ਲੋਕ ਹੋ ਗਏ ਜੀ। ਉਸ ਸਿਆਸੀ ਜੋ ਹੋਈ ਨਾ ਜੀ, ਜਦੋਂ ਉਸਨੇ ਉਸਨੂੰ ਨਹੀਂ ਕਿਹਨਾਂ ਕਾਰਨਾਂ ਕਰਕੇ ਇਨਸਾਫ ਨਹੀਂ ਮਿਲਿਆ ਜਾਂ ਦੋਸ਼ੀ ਨਹੀਂ ਪਕੜੇ ਗਏ, ਸਿਆਸਤ ਦੀ ਸ਼ੁਰੂਆਤ ਉੱਥੋਂ ਹੋਈ ਹੈ। ਨਹੀਂ ਹਰਸਿਮਰਤ ਸਿੰਘ ਜੀ, ਜਿਹੜੀਆਂ ਹੁਣ ਘਟਨਾਵਾਂ ਹੋ ਰਹੀਆਂ ਉਹਦਾ ਵੀ ਸਿਆਸੀ ਲਿੰਕ ਹੈ? ਬਿਲਕੁਲ। ਜਿਹੜੇ ਆਮ ਆਦਮੀ ਪਾਰਟੀ ਨੇ ਜਦੋਂ 18-14 ਅਕਤੂਬਰ ਨੂੰ ਪਿਛਲੇ ਕਿੰਨੇ ਸਾਲ ਤੋਂ ਕਿੰਨੇ ਦੇਰ ਮਹੀਨੇ ਤੋਂ ਉੱਥੇ ਮੋਰਚਾ ਲਾ ਕੇ ਸਿੰਘ ਬੈਠੇ ਨੇ ਬਾਈਬਲ ਕਲਾਂ ਦੇ ਵਿੱਚ, ਬਾਰ-ਬਾਰ ਜਾ ਕੇ ਸਟੇਟ ਨੇ ਔਰ ਪਹਿਲਾਂ ਵਾਅਦਾ ਕੀਤਾ ਕਿ 24 ਘੰਟੇ ਦੇ ਵਿੱਚ ਇਨਸਾਫ ਦਿੱਤਾ ਜਾਏਗਾ, ਤੇ ਜਦੋਂ ਹੁਣ ਉਹ ਇਨਸਾਫ ਨਹੀਂ ਮਿਲਿਆ ਤਾਂ ਉਹਦਾ ਸਿਆਸੀਕਰਨ ਹੀ ਹੋ ਗਿਆ ਨਾ ਜੀ। ਚਲੋ ਗੁਰਤੇਜ ਸਿੰਘ, ਠੀਕ ਹੈ। ਚਲੋ ਮੈਂ ਹੋਰ ਸਵਾਲ ਥੋੜਾ ਸਪਸ਼ਟ ਕਰ ਦਿੰਦਾ ਗੁਰਤੇਜ ਸਿੰਘ ਜੀ। ਮੇਰਾ ਸਵਾਲ ਇਹ ਸੀਗਾ ਕਿ ਬਰਗਾੜੀ ਬੇਅਦਬੀ ਤੇ ਫੋਕਸ ਕਰ ਰਿਹਾ ਸਾਰੀ, ਉਸ ਤੋਂ ਪਹਿਲਾਂ ਨਕੋਦਰ ਵੀ ਸਾਡੇ ਸਾਹਮਣੇ ਆ, ਅਸੀਂ ਉਹਨੂੰ ਭੁੱਲ ਜਾਂਦੇ ਹਾਂ, ਨਕੋਦਰ ਵੀ ਸਾਡੇ ਸਾਹਮਣੇ ਆ। ਗੁਰਤੇਜ ਸਿੰਘ ਜੀ, ਮੇਰਾ ਸਵਾਲ ਇਹ ਹੈ, ਜਿਹੜੀਆਂ ਘਟਨਾਵਾਂ ਵਾਪਰਦੀਆਂ ਹਰ ਪਿੱਛੇ ਥੋੜੀ ਸਿਆਸੀ ਲਿੰਕ ਹੈ, ਜਾਂ ਹਰ ਪਿੱਛੇ ਸਿਆਸੀ ਲਿੰਕ ਕੱਢ ਲਈ ਆਪਾਂ? ਦੇਖੋ, ਜਿਸ ਤਰ੍ਹਾਂ ਤੁਸੀਂ ਸਮਝਣਾ ਚਾਹੁੰਦੇ ਹੋ ਨਾ, ਇਹ ਬੜੀ ਡੂੰਘਾਈ ਦੇ ਵਿੱਚ ਜਾਣ ਦੀ ਲੋੜ ਹੈ। ਹੁਣ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੈਗੀਆਂ, ਜਿਸ ਤਰ੍ਹਾਂ ਜੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲਿਆਂ ਨੂੰ ਆਪਾਂ ਲਈਏ ਤਾਂ 1740 ਦੇ ਵਿੱਚ ਵੀ ਹੋਈਆਂ ਸੀ, ਜਿਸ ਵੇਲੇ ਲਖਪਤ ਰਾਏ ਇੱਥੇ ਦੀਵਾਨ ਹੁੰਦਾ ਸੀਗਾ, ਉਸਨੇ ਸਾਰੇ ਸਿੱਖ ਲਿਟਰੇਚਰ ਡਿਸਟਰੋਏ ਕਰਤੀ ਸੀ, ਖੂਹ ਭਰਤੇ ਸਨ, ਗੁਰੂ ਗ੍ਰੰਥ ਸਾਹਿਬ ਨੂੰ ਦਾ ਨਾਂ ਨਹੀਂ ਸੀ ਲੈਣ ਦਿੰਦਾ, ਗੁਰੂ ਦੀ ਜਗ੍ਹਾ ਗੁੜ ਨੂੰ ਰੋੜੀ ਕਹਿਣਾ ਪੈਂਦਾ ਸੀ ਤਾਂ ਕਿ ਗੁਰੂ ਨਾਲ ਯਾਦ ਆਵੇ। ਬੇਅਦਬੀਆਂ ਬੜੀਆਂ ਪੁਰਾਣੀਆਂ ਆਣਗੀਆਂ। ਉਸ ਤੋਂ ਬਾਅਦ 1888 ਦੇ ਵਿੱਚ ਲਾਹੌਰ ਸੈਸ਼ਨ ਹੁੰਦਾ, ਜਦੋਂ ਇਹਨਾਂ ਦਾ ਆਰੀਆ ਸਮਾਜ ਦਾ 24-25 ਨਵੰਬਰ ਨੂੰ, ਤੇ ਉਸ ਦਿਨ ਉਹ ਪੰਡਿਤ ਲੇਖ ਰਾਜ ਤੇ ਉਹ ਜਿਹੜੇ ਸਾਰੇ ਉੱਥੇ ਲਾਲਾ ਮੁਰਲੀਧਰ ਤੇ ਪੰਡਿਤ ਗੁਰੂ ਦੱਤ ਤੇ ਇਹ ਸਾਰੇ ਜੋ ਜ਼ਹਿਰੀਲੇ ਪ੍ਰਚਾਰ ਇਹਨਾਂ ਨੇ ਕੀਤੇ, ਤੇ ਜੋ ਅਖੀਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲਾ ਕੀਤਾ ਬਹੁਤ ਬੁਰੀ ਤਰ੍ਹਾਂ ਨਾਲ, ਉਹ ਉੱਥੋਂ ਬੇਦਬੀਆਂ ਸ਼ੁਰੂ ਹੋਈਆਂ। ਬੇਦਬੀਆਂ ਇਸ ਤੋਂ ਪਹਿਲਾਂ ਨਹੀਂ ਹੋਈਆਂ। ਕਰਨਾਲ ਦੇ ਵਿੱਚ ਜਿਸ ਵੇਲੇ ਪੰਜਾਬੀ ਸੂਬਾ ਬਣਿਆ, ਤੇ ਕਰਨਾਲ ਦੇ ਵਿੱਚ ਇਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਨੂੰ ਅੱਗ ਲਾਈ, ਔਰ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੜੀ ਘੋਰ ਬੇਅਦਬੀ ਕਹਿਣ ਨੂੰ ਦਿਲ ਨਹੀਂ ਕਰਦਾ, ਪਰ ਪਤਾ ਹੈ ਕਿ ਕਿਸ ਤਰ੍ਹਾਂ ਨਾਲ ਹੋਈ ਸੀ। ਹੁਣ ਗੱਲ ਇਹ ਸਵਾਲ ਇਹ ਹੈ ਜੀ ਕਿ ਇਹਨਾਂ ਦੇ ਪਿੱਛੇ ਕੌਣ ਹੈ ਔਰ ਕਿਉਂ ਇਹ ਹੋ ਰਹੀਆਂ ਨੇ ਬਾਰ-ਬਾਰ। ਇਹ ਆਪਾਂ ਨੂੰ ਬੜੀ ਗੰਭੀਰਤਾ ਨਾਲ ਕੌਮ ਨੂੰ ਸੋਚਣਾ ਚਾਹੀਦਾ। ਹਰਸਿਮਰਤ ਸਿੰਘ ਵਰਗੇ ਬੜੇ ਸਿਆਣੇ ਵਿਦਵਾਨ ਬੈਠੇ ਨੇ, ਇਹਨਾਂ ਨੂੰ ਵਿਚਾਰਨਾ ਚਾਹੀਦਾ। ਕੁਝ ਲੋਕ ਹਨ ਜਿਹੜੇ ਸਿੱਖੀ ਨੂੰ ਤੇ ਨੇਸ ਤੋਂ ਨਬੂਦ ਕਰਨਾ ਚਾਹੁੰਦੇ ਹਨ। ਇਹ ਮੇਰਾ ਓਪਨਿੰਗ ਸੈਂਟੈਂਸ ਹੈ ਜੀ, ਵੀ ਉਹ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਨੇ।
ਇਹ ਲੋਕ ਅੰਮ੍ਰਿਤ ਦੀ ਰਹਿਤ ਤੇ ਖਾਲਸਾ ਪੰਥ ਦੇ ਕਕਾਰਾਂ ਦੇ ਵੀ ਵਿਰੁੱਧ ਹਨ ਤੇ ਇਹਨਾਂ ਨੂੰ ਇਹ ਦੇਖਣਾ ਨਹੀਂ ਚਾਹੁੰਦੇ। ਜਿਸ ਤਰ੍ਹਾਂ ਕਿ ਤੁਸੀਂ ਖਾੜਕੂਆਂ ਦੇ ਸਮਿਆਂ ਦੇ ਉੱਤੇ ਜਿਸ ਵੇਲੇ ਇੱਕ ਫੜ ਕੇ ਲੋਕਾਂ ਨੂੰ ਮਾਰ ਰਹੇ ਸੀ, ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਕਕਾਰਾਂ ਦੀ ਬੇਅਦਬੀ ਬਕਾਇਦਾ ਤੌਰ ਦੇ ਉੱਤੇ ਜਾਣ ਕੇ ਕਰਦੇ ਸੀਗੇ। ਔਰ ਇਸ ਪੰਜਾਬੀ ਬੋਲੀ ਅਤੇ ਸਿੱਖ ਸੱਭਿਅਤਾ ਨੂੰ ਇਹ ਕੋਈ ਆਦਮੀ ਕੋਈ ਚੀਜ਼ ਹੈ, ਕੋਈ ਆਪਾਂ ਐਕਸ ਲੈ ਲੈਂਦੇ ਆ ਇਸ ਵੇਲੇ, ਐਕਸ ਉਹਨੂੰ ਬਰਦਾਸ਼ਤ ਨਹੀਂ ਕਰਦੀ ਪੰਜਾਬੀ ਸੱਭਿਅਤਾ ਨੂੰ, ਠੀਕ, ਕਿਉਂਕਿ ਇਹ ਨਾਬਰੀ ਦੀ ਸੱਭਿਅਤਾ ਹੈ, ਆਜ਼ਾਦੀ ਦੀ ਸੱਭਿਅਤਾ ਹੈ ਔਰ ਹੰਨੇ ਮੀਰ ਦੀ ਸੱਭਿਅਤਾ ਹੈ, ਇਸ ਕਰਕੇ ਇਹਨੂੰ ਬਰਦਾਸ਼ਤ ਨਹੀਂ ਕਰਦੀ। ਚਲ ਔਰ ਇਹ ਪੰਜਾਬੀ ਬੋਲੀ ਨੂੰ ਬਰਦਾਸ਼ਤ ਨਹੀਂ ਕਰਦੀ ਜਿਹੜੀ ਇਹ ਸੱਭਿਅਤਾ ਦੀ ਕੈਰੀਅਰ ਹੈ। ਚਲੋ ਇਸ ਤੋਂ ਬਾਅਦ ਇਹ ਸਮਰੱਥ ਹੈ ਜਿਹੜਾ ਕੋਈ ਵੀ ਕਰਵਾ ਰਿਹਾ ਬੇਅਦਬੀਆਂ, ਇਹ ਸਮਰੱਥ ਹੈ ਤੇ ਇਹ ਆਪਣੀ ਤਾਕਤ ਨਾਲ ਆਪਣੀ ਹਿੰਡ ਨੂੰ ਪੁਗਾ ਰਿਹਾ ਹੈ ਕਿ ਮੈਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਦੇਖਣਾ ਨਹੀਂ ਚਾਹੁੰਦਾ, ਮੈਂ ਇਸ ਨੂੰ ਖਤਮ ਹੋਇਆ ਦੇਖਣਾ ਚਾਹੁੰਦਾ। ਔਰ ਰੋਜ਼ ਦੀ ਰੋਜ਼ ਮੇਰੇ ਸਾਹਮਣੇ ਇਹ ਇਸ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਹੋਣੇ ਚਾਹੀਦੇ ਨੇ। ਚਲੋ ਇਹ ਕਿਸੇ ਨੀਤੀ ਨਾਲ ਜਾਂ ਕਮਜ਼ੋਰੀ ਅਧੀਨ ਸਾਹਮਣੇ ਨਹੀਂ ਆਉਂਦਾ। ਜਿਹੜਾ ਅਸਲੀ ਸਾਜ਼ਿਸ਼ਕਾਰ ਹੈ ਉਹ ਸਾਹਮਣੇ ਨਹੀਂ ਆ ਰਿਹਾ। ਫਿਰ ਇਹ ਆਪਣੇ ਮੁਤਹਿਤਾਂ ਹੱਥ ਠੋਕਿਆਂ ਪਹਾੜੇ ਦੇ ਟੱਟੂਆਂ ਰਾਹੀਂ ਕੰਮ ਲੈਣਾ ਚਾਹੁੰਦਾ ਹੈ, ਜਿਸ ਤਰ੍ਹਾਂ ਕਿ ਇਹ ਜ਼ਾਹਰ ਹੋ ਰਿਹਾ। ਜਾਂ ਤਾਂ ਡੇਰੇਦਾਰਾਂ ਨੂੰ ਕਰੋ ਇਸ ਕੰਮ ਵਾਸਤੇ ਤਿਆਰ, ਜਾਂ ਫਿਰ ਦਿਹਾੜੀਦਾਰਾਂ ਨੂੰ ਤਿਆਰ ਕਰੋ, ਜਾਂ ਫਿਰ ਜਿਨ੍ਹਾਂ ਨੂੰ ਕਹਿੰਦੇ ਆ ਜੀ ਇਹਨਾਂ ਦਾ ਦਿਮਾਗ ਖਰਾਬ ਸੀਗਾ, ਜਿਹੜੇ ਰਿਫ ਰੈਪ ਤੁਰੇ ਫਿਰਦੇ ਆ ਅੱਜ ਕੱਲ 100 ਰੁਪਏ ਤੇ ਗੁਜਰਾਤ ਦੇ ਵਿੱਚ ਇਹਨਾਂ ਨੇ ਦਿਹਾੜੀਦਾਰ ਰੱਖੇ ਤੇ ਇੱਥੇ ਜੇ 5000 ਦੇ ਦਿਓ। ਇੱਕ ਫੜਿਆ ਗਿਆ ਸੀ ਜਿਸ ਵੇਲੇ ਇਹ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਸਨੇ ਕਿਹਾ ਠੀਕ ਹੈ ਐਨੇ ਆਦਮੀਆਂ ਔਰ ਆ ਕਰ ਰਹੇ ਆ। ਇਸ ਤੋਂ ਬਾਅਦ ਇਹ ਜਿਹੜਾ ਹੈਗਾ ਪੈਂਤੜਾ ਮਸ਼ਹੂਰ ਤੇ ਆਮ ਲੋਕਾਂ ਵਿੱਚ ਜਾਣਿਆ ਜਾਂਦਾ ਹੈ। ਇਹ ਜਿਹੜਾ ਇਹਨਾਂ ਦਾ ਪੈਂਤੜਾ ਹੈਗਾ ਉਹ ਸਾਰੇ ਲੋਕ ਜਾਣਦੇ ਨੇ ਕਿ ਕੀ ਪੈਂਤੜਾ ਹੈਗਾ। ਚਲੋ ਤੁਸੀਂ ਕਹਿ ਰਹੇ ਹੋ ਕਿ ਪੈਂਤੜੇ ਵਜੋਂ ਇਸ ਨੂੰ ਵਰਤਿਆ ਜਾ ਰਿਹਾ। ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਤੁਸੀਂ 1740 ਦਾ ਜ਼ਿਕਰ ਕੀਤਾ, ਮੈਂ ਆ ਰਿਹਾ ਗੁਰਤੇਜ ਸਿੰਘ ਜੀ ਆ ਰਿਹਾ। 1740 ਦਾ ਤੁਸੀਂ ਜ਼ਿਕਰ ਕੀਤਾ, 84 86 ਸਾਰੇ ਸਾਨੂੰ ਯਾਦ ਆ, 2015 ਵੀ ਯਾਦ ਆ। ਬਹੁਤ ਸਾਰੇ ਸਵਾਲ ਹੈਗੇ ਆ, ਵਾਪਸ ਆ ਕੇ ਹੋਰ ਵੀ ਪੁੱਛੂੰਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਬੇਅਦਬੀ ਦੀਆਂ ਵੱਧਦੀਆਂ ਘਟਨਾਵਾਂ ਤੇ ਅਸਲ 'ਚ ਕਿਹੜੀ ਬਹਿਸ ਦੀ ਲੋੜ ਹੈ। ਡਾਕਟਰ ਖੁਸ਼ਹਾਲ ਸਿੰਘ, ਗੁਰਤੇਜ ਸਿੰਘ ਹਰਾਂ ਨੇ ਬੜੇ ਪੁਆਇੰਟ ਹਾਈਲਾਈਟ ਕੀਤੇ ਆ। ਹਰਸਿਮਰਤ ਸਿੰਘ ਨੇ ਵੀ ਕਿਹਾ, ਮਾਲੀ ਸਾਹਿਬ ਦਾ ਵੀ ਇੱਕ ਲਾਈਨ ਹੈਗੀ ਹੈ। ਮੇਰਾ ਸਵਾਲ ਹੈ ਡਾਕਟਰ ਖੁਸ਼ਹਾਲ ਸਿੰਘ, ਜਿਹੜਾ ਉਹਨਾਂ ਨੇ ਪੈਂਤੜਾ ਸ਼ਬਦ ਵਰਤਿਆ ਹੈ ਤੇ ਜਿਹੜਾ ਮਾਲੀ ਸਾਹਿਬ ਨੇ ਕਿਹਾ ਕਿ ਸਿਰਫ ਇਸ ਨੂੰ ਸਿਆਸੀ ਏਜੰਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਹਰਸਿਮਰਤ ਸਿੰਘ ਜੀ ਕਹਿੰਦੇ ਆ ਦੋਨੋਂ ਪਹਿਲੂ ਹੋ ਸਕਦੇ ਆ। ਮੇਰਾ ਸਵਾਲ ਹੈ ਕਿ ਇਹ ਪੈਂਤੜਾ ਸ਼ਬਦ ਹੈ ਜਿਹੜਾ, ਤੁਸੀਂ ਉਸ ਨਾਲ ਇਤਫਾਕ ਰੱਖਦੇ ਹੋ? ਬਿਲਕੁਲ ਜੀ, ਇਹਦੇ ਕਈ ਪੱਖ ਨੇ ਜਿਸ ਸਾਡੇ ਸਾਹਮਣੇ ਜਿਹੜਾ ਇਹ ਆਇਆ ਆ। ਪਹਿਲੀ ਗੱਲ ਹੈ ਕਿ ਸਿੱਖ ਦੁਸ਼ਮਣ ਤਾਕਤਾਂ ਤਾਂ ਜਿਸ ਤਰ੍ਹਾਂ ਗੁਰਤੇਜ ਸਿੰਘ ਨੇ ਕਿਹਾ ਆ ਕਿ ਉਹਨਾਂ ਦਾ ਇਤਿਹਾਸ ਬਹੁਤ ਪੁਰਾਣਾ ਆ, ਉਹ ਬੇਅਦਬੀ ਜਿਹੜੇ ਆ ਉਹ ਹੁੰਦੀ ਆ ਰਹੀ ਹੈ। ਲੇਕਿਨ ਇਸ ਵਿੱਚ ਪਹਿਲੀ ਵਾਰੀ ਜਿਹੜਾ ਇਤਿਹਾਸ ਦੇ ਵਿੱਚ ਇਹਦੇ ਵਿੱਚ ਫੈਕਟ ਇਹ ਆਇਆ ਆ ਕਿ ਇਹਦੇ ਵਿੱਚ ਸਿੱਖ ਕਹਾਉਣ ਵਾਲੀ ਇੱਕ ਪਾਰਟੀ ਆ ਜਿਹੜੀ ਉਹ ਆਪਣੇ ਸਿਆਸੀ ਮਨੋਰਥਾਂ ਕਰਕੇ ਵਿੱਚ ਭਾਈਵਾਲ ਬਣ ਗਈ। ਜੇ ਮੇਰਾ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੀ ਸੱਤਾ ਤੇ ਸਾਰੇ ਲੋਕਾਂ ਤੋਂ ਭਾਵ ਹੈਗਾ। ਤੇ ਇਹਦੇ ਨਾਲ ਜਿਹੜਾ ਮੁੱਦਾ ਆ ਉਹ ਗੰਭੀਰ, ਜਿਹੜੇ ਸਾਡੇ ਦੁਸ਼ਮਣ ਤਾਂ ਕਰਦੇ ਆ ਰਹੇ ਸੀਗੇ, ਸਾਡੇ ਇੱਕ ਪੰਥ ਦੇ ਜਿਹੜੇ ਪਹਿਰੇਦਾਰੀ ਕਰਨ ਵਾਲੀ ਪਾਰਟੀ ਇਹਦੇ ਵਿੱਚ ਭਾਈਵਾਲ ਬਣ ਗਈ। ਤੇ ਦੂਸਰੀ ਜਿਹਨੇ ਪਹਿਰੇਦਾਰ ਕਰਨੀ ਸੀ ਸਾਡੀ, ਜਿਹਨੂੰ ਅਸੀਂ ਪਾਰਲੀਮੈਂਟ ਕਹਿੰਦੇ ਹਾਂ, ਸਿੱਖਾਂ ਦੀ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਆਪਣੀਆਂ ਸਿਆਸੀ ਮਜਬੂਰੀਆਂ ਕਰਕੇ ਇੱਕ ਮੂਕ ਦਰਸ਼ਕ ਦੀ ਭਾਵਨਾ ਤੇ ਉਹਦੇ ਵਿੱਚ ਜਿਹੜਾ ਸਾਡੇ ਸਮਾਜ ਦੇ ਵਿੱਚ ਜਿਹੜੀ ਉਹਦੇ ਤੇ ਜਿਹੜਾ ਪ੍ਰਤੀਕਰਮ ਆਇਆ, ਉਹਦਾ ਜਿਹੜਾ ਅਸੀਂ ਦੇਖ ਰਹੇ ਹਾਂ, ਉਸ ਨੇ ਇਹ ਮਾਹੌਲ ਤਿਆਰ ਕੀਤਾ ਕਿ ਸਿਆਸੀ ਤੌਰ ਤੇ ਇਹ ਜਿਹੜਾ ਮੁੱਦਾ ਆ ਨਾ ਕਦੀ ਖਤਮ ਹੋਣ ਵਾਲਾ ਬਣ ਗਿਆ। ਪਹਿਲਾਂ ਇਹਨੂੰ ਜਿਹੜਾ ਕੁਝ ਆਪਣੀਆਂ ਜ਼ਰੂਰਤਾਂ ਵਾਸਤੇ ਅਕਾਲੀ ਦਲ ਨੇ ਆਪਣੇ ਹਿਸਾਬ ਨਾਲ ਵਰਤਿਆ, ਫਿਰ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ 5 ਸਾਲ ਇਹਦੇ ਤੇ ਸਿਆਸਤ ਕਰਦੀ ਰਹੀ, ਤੇ ਹੁਣ ਵਾਲੀ ਸਰਕਾਰ ਜਿਹੜੀ ਹੈ ਉਹ ਆਪਣੀਆਂ ਜ਼ਰੂਰਤਾਂ ਕਰਕੇ ਇਹਨੂੰ ਹੋਰ ਲਮਕਾਉਣਾ ਚਾਹੁੰਦੀ ਹੈ। ਮੈਂ ਡਾਕਟਰ ਖੁਸ਼ਹਾਲ ਸਿੰਘ, ਮੈਂ ਪਹਿਲਾਂ ਵੀ ਇਹ ਸਵਾਲ ਆਪਣਾ ਸਪਸ਼ਟ ਕੀਤਾ ਸੀ, ਹੁਣ ਦੁਬਾਰਾ ਕਰ ਰਿਹਾ। ਜਿੰਨੀਆਂ ਵੀ ਘਟਨਾਵਾਂ ਹੋ ਰਹੀਆਂ 2015 ਤੋਂ ਪਹਿਲਾਂ ਵਾਲੀਆਂ ਦੀ ਮੈਂ ਗੱਲ ਕਰਦਾ, ਮੈਂ 2015 ਤੋਂ ਬਾਅਦ ਵਾਲੀ ਵੀ ਗੱਲ ਕਰਦਾ, ਸਾਰਿਆਂ ਦੇ ਸਿਆਸੀ ਲਿੰਕ ਹੈ ਸਰ। ਅਸੀਂ ਕਿ ਸਾਰੀਆਂ ਦੇ ਤਾਂ ਕਦੇ ਵੀ ਨਹੀਂ ਹੁੰਦੇ, ਲੇਕਿਨ ਇਹਦੇ ਵਿੱਚ ਮਨੋਰਥ ਜ਼ਰੂਰ ਉਹਨਾਂ ਦਾ ਜਦੋਂ ਸਾਰੇ ਇਹ ਕਲੈਕਟਿਵ ਤੌਰ ਤੇ ਸੋਚਦੇ ਆ ਤੇ ਉਹ ਹਰੇਕ ਜਿਹੜਾ ਇਸ ਚੀਜ਼, ਕਿਉਂਕਿ ਭਾਵਨਾ ਨਾਲ ਜੁੜਿਆ ਹੋਇਆ ਮੁੱਦਾ ਆ,
ਇਹਦੇ ਵਿੱਚ ਆਪੋ ਆਪਣੇ ਇੰਟਰਸਟ ਹੋ ਜਾਂਦੇ ਆ ਤੇ ਇਹਦੇ ਵਿੱਚ ਫਿਰ ਇਹਦਾ ਜਿਹੜਾ ਬਾਅਦ ਵਿੱਚ ਇਹਦਾ ਸਿਆਸੀ ਪ੍ਰਭਾਵ ਪੈਂਦਾ ਆ ਉਹਦੇ ਅਧੀਨ ਜਿਹੜਾ ਆ ਇਸ ਨੂੰ ਵਰਤਿਆ ਜਾਂਦਾ ਹੈ, ਕਿਉਂਕਿ ਹਰੇਕ ਪਾਰਟੀ ਹੈ ਜਿਹੜੀ ਉਹ ਇਸ ਨੂੰ ਲਮਕਾਉਣਾ ਚਾਹੁੰਦੀ ਹੈ ਤੇ ਖਾਸ ਕਰਕੇ ਇਹ ਜਿਹੜਾ ਆ ਗਲੇ ਦੀ ਹੱਡੀ ਬਣਿਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਥੋਂ ਦੀ ਖੇਤਰੀ ਪਾਰਟੀ ਸੀ, ਪੰਜਾਬ ਦੀ ਬਹੁਤ ਅਸੀਂ ਕਹੀਏ ਪਹਿਰੇਦਾਰੀ ਕਰਨ ਵਾਲੀ ਪਾਰਟੀ ਸੀ, ਉਹਦੇ ਖਾਤਮੇ ਦੇ ਨਾਲ ਇਹ ਜਿਹੜੀਆਂ ਨਵੀਆਂ ਸਾਡੀਆਂ ਜਿਹੜੀਆਂ ਨੇ ਇਹ ਪ੍ਰੋਬਲਮ ਸ਼ੁਰੂ ਹੋਈਆਂ ਨੇ। ਮਾਲੀ ਸਾਹਿਬ ਸਿਰਫ ਇਸ ਇਸ਼ੂ ਨੂੰ ਇਸ ਕਰਕੇ ਉਭਾਰਿਆ ਜਾ ਰਿਹਾ ਕਿ ਪੰਥਕ ਪੋਲਿਟਿਕਸ ਕਰਨ ਵਾਲੀ ਅਕਾਲੀ ਦਲ ਉਹਨਾਂ ਦੀ ਸਰਕਾਰ ਵੇਲੇ ਇਹ ਸਭ ਕੁਝ ਹੋ ਗਿਆ ਇਸ ਕਰਕੇ, ਕਿਉਂਕਿ ਜੇ ਅਸੀਂ ਨਕੋਦਰ ਦੀ ਗੱਲ ਕਰਦੇ ਹਾਂ ਉਦੋਂ ਵੀ ਇਹਨਾਂ ਤੇ ਇਲਜ਼ਾਮ ਲੱਗਦਾ ਹੈ ਤੇ ਹੁਣ ਵਾਲਾ ਵੀ 2015 ਵਾਲਾ ਵੀ ਇਹਨਾਂ ਤੇ ਇਲਜ਼ਾਮ ਲੱਗਦਾ। ਮਾਲੀ ਸਾਹਿਬ, ਇਸ ਕਰਕੇ ਇਸ ਮੁੱਦੇ ਨੂੰ ਉਭਾਰਿਆ ਜਾ ਰਿਹਾ ਹੈ ਜਾਂ ਤੁਹਾਨੂੰ ਲੱਗਦਾ ਕਿ ਬੇਅਦਬੀ ਦੀਆਂ ਘਟਨਾਵਾਂ ਤੇ ਸਿਆਸਤ ਬਹੁਤ ਪਹਿਲਾਂ ਦੀ ਹੁੰਦੀ ਆਈ ਹੈ, ਜੋ ਦਾ ਸੋਸ਼ਲ ਮੀਡੀਆ ਦੌਰ ਆਇਆ ਇਸ ਕਰਕੇ ਇਹ ਮੁੱਦਾ ਜ਼ਿਆਦਾ ਵਿਚਾਰ ਵਾਲਾ ਹੋ ਗਿਆ, ਜ਼ਿਆਦਾ ਬਹਿਸ ਵਾਲਾ ਹੋ ਗਿਆ? ਦੇਖੋ ਜੀ, ਜਿੱਥੋਂ ਜਾਣਕਾਰੀ ਆ ਅੱਡ-ਅੱਡ ਤਰ੍ਹਾਂ ਦੀ ਗੱਲ ਆ, ਉਹ ਤਰ੍ਹਾਂ ਨਹੀਂ ਕਹਿ ਸਕਦੇ। ਕਈ ਅਣਜਾਣਪਣ ਹੁੰਦੀ, ਕਈ ਵਾਰ ਬੇਵਕੂਫੀ, ਕਈ ਵਾਰ ਗੁੱਸੇ ਚ ਇਹ ਹੁੰਦੀਆਂ ਨੇ। ਪਹਿਲਾਂ ਗੱਲਾਂ ਪਰ ਲੋਕਲ ਪੱਧਰ ਤੇ ਨਜਿੱਠ ਲਈਆਂ ਜਾਂਦੀਆਂ ਸੀ, ਕਿਸੇ ਨੂੰ ਘੂਰ ਕੱਪ ਦਿੱਤਾ ਜਾਂਦਾ ਸੀ, ਕਿਸੇ ਨੂੰ ਮਾੜੀ ਮੋਟੀ ਸਜ਼ਾ ਲਾ ਦਿੱਤੀ ਜਾਂਦੀ ਸੀ। ਜਿਹੜੀ ਬਰਗਾੜੀ ਦੀ ਬੇਅਦਬੀ ਹੋਈ ਆ ਨਾ ਜੀ, ਇਹ ਇੱਕ ਸਿਆਸੀ ਮੰਤਵ ਨੂੰ ਲੈ ਕੇ ਕੀਤੀ ਗਈ ਆ, ਇੱਕ ਸਿਆਸਤ ਨੂੰ ਅੱਗੇ ਵਧਾਉਣ ਵਾਸਤੇ ਗਈ ਹੈ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ। ਦੇਖੋ, ਸਿੱਖ ਵਿਦਵਾਨ ਨੇ ਸਿੱਖ ਭਾਵਨਾਵਾਂ ਦਾ ਮੈਂ ਵੀ ਸਤਿਕਾਰ ਕਰਦਾ, ਭਾਵਨਾਵਾਂ ਭੜਕਦੀਆਂ ਨੇ, ਪਰ ਮੇਰਾ ਸਵਾਲ ਇਹ ਆ ਕਿ ਜਿਹੜਾ ਇੱਕ ਸਿੱਖ ਆ ਉਹਦਾ ਘਟਨਾਵਾਂ ਪ੍ਰਤੀ ਨਜ਼ਰੀਆ ਕੀ ਹੁੰਦਾ, ਬ੍ਰਾਹਮਣਵਾਦੀਆਂ ਦਾ ਕੀ ਹੁੰਦਾ, ਬੁੱਤ ਤੋੜਕ ਦਾ ਕੀ ਹੁੰਦਾ, ਬੁੱਤ ਪੂਜਕ ਦਾ ਕੀ ਹੁੰਦਾ? ਕੀ ਸਾਡਾ ਬੇਅਦਬੀ ਬਾਰੇ ਸੰਕਲਪ ਤਾਂ ਨਹੀਂ ਲਗਾਤਾਰ ਬਦਲਿਆ ਗਿਆ? ਗੁਰੂ ਗ੍ਰੰਥ ਸਾਹਿਬ ਬਾਰੇ ਜੋ ਭਾਵਨਾ ਉਹਨੂੰ ਤਾਂ ਨਹੀਂ ਬਦਲਿਆ ਗਿਆ? ਜਿਹਦੇ ਵਿੱਚੋਂ ਕਈ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਦੇਹਧਾਰੀ ਗੁਰੂ ਤੋਂ ਅਸੀਂ ਮੁਕਤੀ ਹਾਸਲ ਕਰ ਲਈ, ਸ਼ਬਦ ਗੁਰੂ ਸੁਰਤ ਤੁਮ ਚੇਲਾ ਮੰਨ ਲਿਆ, ਤਾਂ ਵਾਰ-ਵਾਰ ਹਰ ਥਾਂ ਤੇ ਇਹ ਕਿਉਂ ਪ੍ਰਚਾਰ ਕੀਤਾ ਜਾਂਦਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ? ਗੁਰੂ ਗ੍ਰੰਥ ਸਾਹਿਬ ਦੇ ਪੰਨੇ ਆ ਜਿਹੜੇ ਉਹ ਅੰਗ ਕਿਵੇਂ ਬਣ ਗਏ? ਗੁਰੂ ਗ੍ਰੰਥ ਸਾਹਿਬ ਦੀ ਬੀੜ ਆ ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਜਾਂਦੇ ਹੁੰਦੇ ਸੀ, ਅਸੀਂ ਬੀੜ ਲੈਣ ਚੱਲੇ ਆ, ਬੀੜ ਲੈ ਆਉਂਦੇ ਸੀ, ਜਦੋਂ ਪ੍ਰਕਾਸ਼ ਕਰਦੇ ਸੀ ਉਹ ਤੇ ਮਰਿਆਦਾ ਲਾਗੂ ਹੁੰਦੀ ਸੀ। ਹੁਣ ਜਦੋਂ ਬੀੜ ਬੰਨੀ ਗਈ ਉੱਥੇ ਉਹਦੀ ਮਰਿਆਦਾ ਲਾਗੂ ਹੋ ਗਈ। ਮੇਰਾ ਸਵਾਲ ਇਹ ਆ, ਇਸ ਗੱਲ ਬਾਰੇ ਇੱਕ ਤਾਂ ਇਹ ਸਵਾਲ ਆ ਕਿ ਸਾਡਾ ਸੰਕਲਪ ਤਾਂ ਨਹੀਂ ਬਦਲਦਾ, ਜਿਹਦੇ ਕਰਕੇ ਸਾਨੂੰ ਇਹਦੇ ਬਾਰੇ ਗੁਰਬਾਣੀ ਦੇ ਅਨੁਸਾਰ ਸਹੀ ਪਹੁੰਚ ਨਹੀਂ ਉੱਭਰ ਰਹੀ, ਜਵਾਬੀ ਹੋ ਜਾਂਦਾ। ਮੈਂ ਇਹ ਸਵਾਲ ਲੈ ਰਿਹਾ ਮਾਲੀ ਸਾਹਿਬ। ਹਰਸਿਮਰਨ ਜੀ, ਜਿਹੜਾ ਮਾਲੀ ਸਾਹਿਬ ਨੇ ਸਵਾਲ ਕੀਤਾ ਵੀ ਸਾਡਾ ਸੰਕਲਪ ਬਦਲਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਜਾਂ ਬਦਲ ਦਿੱਤਾ ਗਿਆ? ਹਰਸਿਮਰਨ ਸਿੰਘ, ਤੁਸੀਂ ਇਸ ਸਵਾਲ ਨਾਲ ਇਤਫਾਕ ਰੱਖਦੇ ਹੋ ਜਾਂ ਤੁਹਾਨੂੰ ਸਵਾਲ ਹੀ ਅੱਛਾ ਨਹੀਂ ਲੱਗਿਆ ਹੈ? ਦੇਖੋ ਜੀ, ਮੈਂ ਸਮਝਦਾ ਕਿ ਜਿਹੜੀ ਇਹ ਮਾਲੀ ਸਾਹਿਬ ਦੀ ਸੋਚ ਹੈ ਜਾਂ ਇਸ ਤਰ੍ਹਾਂ ਦੀ ਲੈਫਟਿਸਟ ਸੋਚ ਹੈ ਨਾ ਜੀ, ਇਹਨਾਂ ਦਾ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜੋ ਸਿੱਖ ਵਿਸ਼ਵਾਸ ਹੈਗੇ ਨੇ ਜਾਂ ਸਿੱਖ ਟ੍ਰੈਡੀਸ਼ਨ ਚੱਲਦੀ ਆ ਰਹੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਵਿਊ ਪੁਆਇੰਟ ਦੇ ਕੇ ਉਸ ਇਸ਼ੂ ਨੂੰ ਸਾਈਡ ਟਰੈਕ ਕਰਨ ਦੀ ਕਰਦੇ ਲੋਕ ਇਹ ਗੱਲਾਂ ਜਿਹੜਾ ਸਾਡਾ ਟੌਪਿਕ ਚੱਲ ਰਿਹਾ ਜਾਂ ਜਿਹੜਾ ਸਾਡਾ ਮੰਚ ਹੈ ਇਸ ਲਈ ਉਹਦੇ 'ਚ ਇਹ ਗੱਲਾਂ ਕਰਨ ਦੀ ਲੋੜ ਹੀ ਨਹੀਂ ਹੈਗੀ ਕਿ ਇੱਥੇ ਪ੍ਰਗਟ ਗੁਰਾਂ ਦੀ ਤਾਂ ਹੈਗੀ ਸੋ ਹੈਗੀ, ਅਸੀਂ ਮੰਨਦੇ ਹਾਂ ਸ਼ਬਦ ਗੁਰੂ ਜਿਹੜਾ ਲਿਵਿੰਗ ਗੁਰੂ ਹੈਗਾ, ਇਹਦੇ 'ਚ ਇਹਨਾਂ ਦੇ ਕਹਿਣ ਦਾ ਕੀ ਮਤਲਬ ਆ ਜਾਂਦਾ ਜੀ? ਸਵਾਲ ਇਹ ਹੈ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਹਦਾ ਸਾਰਾ ਜਿਹੜਾ ਸ਼ੁਰੂਆਤ ਹੈ ਉਹ ਡੇਰਾ ਬਾਬਾ ਜਿਹੜਾ ਸੱਚਾ ਸੌਦਾ ਹੈਗਾ ਉੱਥੋਂ ਸ਼ੁਰੂ ਹੁੰਦੀ ਹੈ। ਉਹਨਾਂ ਨੇ ਇੱਕ ਵੈਰ ਕੱਢਣ ਵਾਸਤੇ ਪੋਲੀਟੀਕਲੀ ਇਸ ਨੂੰ ਕਨਫਿਊਜ਼ ਕਰਨ ਵਾਸਤੇ ਸਾਰੀ ਧਿਰਾਂ ਨੂੰ ਇੱਕ ਬੇਅਦਬੀ ਕੀਤੀ ਹੈ, ਵੰਗਾਰ ਕੇ ਕੀਤੀ ਹੈ ਕਿ ਸਿੱਖ ਇਸ ਗੱਲ ਨੂੰ ਬਰਦਾਸ਼ਤ ਕਰਦੇ ਰਹਿਣ ਕਿ ਜਿਹੜੀ ਗੁਰੂ ਦੀ ਬੇਅਦਬੀ ਹੋਈ ਹੈ ਉਸ ਨੂੰ ਇਸ ਚੀਜ਼ ਦਾ ਵੰਗਾਰ ਕੇ ਬੇਅਦਬੀ ਜਿਹੜੀ ਹੈ ਉਹਨੂੰ ਬਰਦਾਸ਼ਤ ਕਰ ਲੈਣ। ਤੇ ਜਿਹੜੇ ਲੈਫਟਿਸਟ ਨੇ ਜਾਂ ਹੋਰ ਜਿਹੜੇ ਐਂਟੀ, ਜਿਵੇਂ ਗੁਰਤੇਜ ਸਿੰਘ ਜ਼ਿਕਰ ਕੀਤਾ ਹੈ ਕਿ ਇੱਕ ਇਹਦਾ ਪੂਰਾ ਵਰਗ ਹੈ ਸਾਡਾ ਪੰਜਾਬ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ, ਉਹ ਸਿੱਖੀ ਨੂੰ ਖਤਮ ਕਰਨ ਵਾਸਤੇ ਚਾਹ ਰਿਹਾ ਹੈ। ਅਸੀਂ ਜਿਹੜੇ ਹਰਸਿਮਰਨ ਜੀ ਆਪਾਂ ਲੈਫਟਿਸਟ ਕਿਉਂ ਕਹਿ ਰਹੇ ਹਾਂ? ਆਪਾਂ ਲੈਫਟਿਸਟ ਸ਼ਬਦ ਕਿਉਂ ਵਰਤ ਰਹੇ ਹਾਂ? ਮੇਰੀ ਧਿਆਨ ਸੁਣ ਲੋਗਾ। ਸਵਾਲ ਇਹ ਹੈ ਕਿ ਇਨਸਾਫ ਕਿਉਂ ਨਹੀਂ ਹੋ ਰਿਹਾ? ਜਦੋਂ ਪਤਾ ਹੈ ਵੀ ਦੁਸ਼ਮਣ ਜਿਨ੍ਹਾਂ ਨੇ ਕੀਤਾ ਹੈ, ਜਦੋਂ ਪਤਾ ਹੈ ਕਿ ਇਹ ਲੋਕ ਇਹਨਾਂ ਨੇ ਇਨਵੋਲਵ ਨੇ, ਤਾਂ ਉਹਨੇ ਜਿਹੜਾ ਉਹ ਵੋਟਾਂ ਦਾ ਜਿਹੜਾ ਖਰਚਾ ਹੈ ਨਾ ਜੀ, ਵੋਟਾਂ ਦਾ ਖਰਚਾ ਉਹਨਾਂ ਨੂੰ ਵੀ ਸਾਡੀ ਵੋਟਾਂ ਲਿਖ ਜਾਣਗੀਆਂ। ਦੇਖੋ, ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਖੇਡੀ ਵੋਟਾਂ ਕਰਕੇ,
ਅਮਰਿੰਦਰ ਸਿੰਘ ਨੇ ਸਿਆਸਤ ਕੀਤੀ, ਵੋਟਾਂ ਕਰਕੇ ਬੇਰਫ ਹੋ ਦੀਆਂ। ਅਮਰਿੰਦਰ ਸਿੰਘ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਆਈ ਹੈ, ਇਹ ਸਵਾਲ ਹੈ ਵੀ ਕਿਉਂ ਇਹਨਾਂ ਨੂੰ ਸਵਾਲ ਪੋਜ਼ ਕਰਦਾ ਮੈਂ ਵੀ ਇਹਨਾਂ ਨੇ ਇੰਨੇ 8 ਮਹੀਨੇ ਲੰਘ ਗਏ, ਕਿਉਂ ਇਨਸਾਫ ਦਵਾਇਆ। ਸਵਾਲ ਇਹ ਹੈ ਕਿ ਜਿਹੜੀਆਂ ਸਾਰੀਆਂ ਘਿਰੀਆਂ ਹੋਈਆਂ, ਜਿਹਦੇ ਚ ਘਿਰੇ ਹੋਏ ਸਿੱਖ ਨੇ, ਉਹਨਾਂ ਦੇ ਘਿਰੇ ਦੇ ਵਿੱਚ ਸੰਗਤ ਦੀ ਜਿਹੜੀ ਭਾਵਨਾਵਾਂ ਨੇ, ਸੰਗਤ ਦੀ ਭਾਵਨਾ ਨੂੰ ਕੋਈ ਨਹੀਂ ਬਰਦਾਸ਼ਤ ਨਹੀਂ। ਤੁਸੀਂ ਹਰਸਿਮਰਨ ਜੀ ਸਿੱਧਾ ਇਹ ਕਹਿਣਾ ਚਾਹੁੰਦੇ ਹੋ ਕਿ ਸੰਗਤ ਕਿਸੇ ਦੇ ਏਜੰਡੇ ਤੇ ਨਹੀਂ ਹੈਗੀ, ਸਿਆਸਤ ਸਾਰੇ ਦੇ ਏਜੰਡੇ ਤੇ ਹੈ। ਬਿਲਕੁਲ ਸੰਗਤ ਦੀ ਭਾਵਨਾ ਕਿਸੇ ਏਜੰਡੇ ਤੇ ਨਹੀਂ ਹੈਗੀ, ਸਾਰੀ ਰਾਜਨੀਤੀ ਕੀਤੀ ਜਾ ਰਹੀ ਹੈ। ਚਲੋ ਮੈਂ ਇੱਕ ਹੋਰ ਬ੍ਰੇਕ ਲੈ ਲਵਾਂ, ਇੱਕ ਹੋਰ ਬ੍ਰੇਕ ਲੈ ਕੇ ਵਾਪਸ ਆ ਰਿਹਾ, ਜਲਦ ਵਾਪਸ ਆ ਰਿਹਾ। ਸਵਾਲ ਹੈ ਜਿਹੜੇ ਉਹ ਸਾਰੇ ਸਵਾਲਾਂ ਨਿਤਾਰਾ ਹੋਊਗਾ। ਹਾਲਾਂਕਿ ਕਈ ਸਵਾਲ ਹੈ ਜਿਹੜੇ ਹੋ ਸਕਦਾ ਤੁਹਾਨੂੰ ਸਾਨੂੰ ਪਸੰਦ ਵੀ ਨਾ ਹੋਣ, ਪਰ ਸੰਵਾਦ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਤੇ ਸੰਵਾਦ ਹੋਣਾ ਚਾਹੀਦਾ, ਤਰਕ ਦੇ ਆਧਾਰ ਤੇ ਹੋਣਾ ਚਾਹੀਦਾ। ਵਾਪਸ ਆ ਕੇ ਹੋਰ ਸਵਾਲ ਕਰੂੰਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਬੇਅਦਬੀ ਦੀਆਂ ਵੱਧਦੀਆਂ ਘਟਨਾਵਾਂ ਤੇ ਅਸਲ 'ਚ ਕਿਹੜੀ ਬਹਿਸ ਦੀ ਲੋੜ ਹੈ। ਗੁਰਤੇਜ ਸਿੰਘ ਜੀ ਸਰ, ਬਹੁਤ ਸੰਖੇਪ ਵਿੱਚ ਮੈਨੂੰ ਤੁਹਾਡੇ ਤੋਂ ਇਹ ਜਵਾਬ ਚਾਹੀਦਾ ਹੈ। ਜੋ ਮਾਲੀ ਸਾਹਿਬ ਨੇ ਸਵਾਲ ਖੜਾ ਕੀਤਾ ਸੰਕਲਪ ਵਾਲਾ, ਮੈਂ ਹਰਸਿਮਰਨ ਸਿੰਘ ਹਰਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਇਹ ਸਵਾਲ ਨਹੀਂ ਹੋਣਾ ਚਾਹੀਦਾਗਾ। ਕੀ ਤੁਸੀਂ ਚਾਹੁੰਦੇ ਹੋ ਕਿ ਇਸ ਸਵਾਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ? ਨਹੀਂ, ਦੇਖੋ ਇਹ ਸਵਾਲ ਤਾਂ ਹੋਣਾ ਚਾਹੀਦਾ ਹੈ, ਸਵਾਲ ਸਾਰੇ ਹੋਣੇ ਚਾਹੀਦੇ ਹੈ, ਕਿਉਂਕਿ ਸਾਡੇ ਸੰਕਲਪ ਬਦਲੇ ਜਾ ਰਹੇ ਨੇ, ਬਦਲੇ ਗਏ ਨੇ। ਮੈਨੂੰ ਪਤਾ ਹੈ ਕਿ ਜਿਸ ਵੇਲੇ ਇੱਕ ਟਾਈਮ ਐਸਾ ਸੀ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜਿਸ ਵੇਲੇ ਪ੍ਰਕਾਸ਼ ਹੋ ਜਾਂਦੇ ਸੀਗੇ, ਪ੍ਰਕਾਸ਼ ਕੀਤੇ ਜਾਂਦੇ ਸੀ ਔਰ 5 ਸਿੰਘ ਉਸ ਦੇ ਸਾਹਮਣੇ ਹੁੰਦੇ ਸੀ, ਉਸ ਤੋਂ ਬਾਅਦ ਲੋਕ ਮੱਥਾ ਟੇਕਣਾ ਸ਼ੁਰੂ ਕਰਦੇ ਸਨ। ਇਹ ਯਕੀਨਨ ਇਹ ਗੱਲ ਹੈ। ਲੇਕਿਨ ਜਿਹੜੀਆਂ ਇਹ ਬੇਦਬੀਆਂ ਹੋ ਰਹੀਆਂ ਨੇ, ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਹੋਈਆਂ ਨੇ, ਕਰਨਾਲ ਦੇ ਵਿੱਚ ਮੈਂ ਜ਼ਿਕਰ ਕੀਤਾ, ਲੱਖੂ ਦੇ ਜਿਹੜਾ ਕੁਝ ਕੀਤਾ ਸੀ ਉਸ ਦਾ ਜ਼ਿਕਰ ਕੀਤਾ, ਜਿਹੜਾ ਲਾਹੌਰ ਸੈਸ਼ਨ ਦੇ ਵਿੱਚ ਆਰੀਆ ਸਮਾਜ ਦੇ ਵਿੱਚ ਹੋਇਆ, ਇਹਨਾਂ ਦੇ ਪਿੱਛੇ ਭਾਵਨਾ ਜਿਹੜੀ ਹੈ ਉਹ ਸਿੱਖੀ ਨੂੰ ਖਤਮ ਕਰਨ ਦੀ ਭਾਵਨਾ ਹੈ। ਔਰ ਸਿੱਖੀ ਨੂੰ ਖਤਮ ਕਰਨ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਉਹਨਾਂ ਵਾਸਤੇ ਇਹ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਹੈ ਤੇ ਸਿੱਖਾਂ ਦੀ ਅਣਖ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਿੱਖਾਂ ਦੀ ਅਣਖ ਨੂੰ ਡਿਸਟਰੋਏ ਕਰਨਾ ਹੈ ਤਾਂ ਕਿ ਇਹ ਸਿਰ ਚੁੱਕਣ ਜੋਗੇ ਨਾ ਰਹਿਣ। ਗੁਰਤੇਜ ਸਿੰਘ ਚਲੋ ਮੈਂ ਤੁਹਾਡੀ ਗੱਲ ਮੰਨ ਕੇ ਅੱਗੇ ਤੁਰਦਾ ਹਾਂ। ਤੁਸੀਂ ਕਹਿ ਰਹੇ ਹੋ ਕਿ ਸਿੱਖੀ ਦੀ ਅਣਖ ਹੈ ਜਾਂ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ, ਤਾਂ ਲੱਗਦਾ ਕਿ ਸਿੱਖੀ ਨੂੰ ਖਤਮ ਕੀਤਾ ਜਾ ਸਕਦਾ, ਇਸ ਸੰਕਲਪ ਨੂੰ ਖਤਮ ਕੀਤਾ ਜਾ ਸਕਦਾ, ਤੁਹਾਨੂੰ ਲੱਗਦਾ ਗੁਰਤੇਜ ਸਿੰਘ ਜੀ? ਇਹ ਬਿਲਕੁਲ ਨਹੀਂ ਹੋ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਲੇਕਿਨ ਉਹਨਾਂ ਦਾ ਮਕਸਦ ਜਿਹੜਾ ਹੈ, ਸਿਆਸੀ ਮਕਸਦ, ਉਹ ਇਹਦੇ ਨਾਲ ਹੱਲ ਹੋ ਰਿਹਾ ਹੈ। ਇੱਕ ਤਾਂ ਇਹ ਕਿ ਸਿੱਖਾਂ ਨੂੰ ਉਲਝਾ ਕੇ ਆਪਸ ਦੇ ਵਿੱਚ ਇਹਨਾਂ ਨੂੰ ਆਪਣੇ ਜਿਹੜੇ ਅਸਲੀ ਮਸਲੇ ਹਨਗੇ ਆਪਸ ਦੇ ਵਿੱਚ, ਜਾਂ ਸਮਾਜਿਕ ਤਰੱਕੀ ਦੇ ਜਾਂ ਕੋਈ ਜਿਹੜੀਆਂ ਲਲਿਤ ਕਲਾਵਾਂ ਆਣਗੀਆਂ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਪਾਰਟਿਸਿਪੇਟ ਕਰਨਾ ਹੈ, ਐਜੂਕੇਸ਼ਨ ਵਗੈਰਾ, ਉਸ ਤੋਂ ਪਾਸੇ ਰੱਖਿਆ ਜਾ ਰਿਹਾ। ਇੱਕ ਬੇਕਾਰ ਦੇ ਮਸਲਿਆਂ ਦੇ ਵਿੱਚ ਉਲਝਾ ਕੇ ਸਿੱਖਾਂ ਨੂੰ ਉਹਨਾਂ ਦੀ ਤਰੱਕੀ ਤੋਂ ਰੋਕਿਆ ਜਾ ਰਿਹਾ ਹੈ। ਦੂਸਰਾ ਇਹ ਹੈ ਕਿ ਸਿਆਸੀ ਮਸਲਾ ਹਰ ਇੱਕ ਆਦਮੀ ਦਾ ਹੱਲ ਹੋ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਮਸਲਾ ਹੱਲ ਕੀਤਾ ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਕੰਮ ਜੇ ਮੈਂ ਕਰਵਾਉਣਾ ਤਾਂ ਮੈਨੂੰ ਜਿਹੜੇ ਮਾਲਕ ਹਨਗੇ ਇਸ ਮੁਲਕ ਦੇ, ਉਹਨਾਂ ਦੀ ਸਰਪ੍ਰਸਤੀ ਹਾਸਲ ਹੋਵੇਗੀ। ਗੁਰਤੇਜ ਸਿੰਘ ਜੀ, ਕੀ ਤੁਸੀਂ ਸਿੱਧੇ ਸ਼ਬਦਾਂ ਵਿੱਚ ਉਦੋਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹੋ ਕਿ ਬੇਅਦਬੀ ਉਹਨਾਂ ਨੇ ਕਰਵਾਈ, ਇਹ ਕਹਿ ਸਕਦੇ ਹੋ ਤੁਸੀਂ ਗੁਰਤੇਜ ਸਿੰਘ? ਮੈਂ ਬਿਲਕੁਲ ਪੱਕੇ ਤੌਰ ਦੇ ਉੱਤੇ ਕਹਿ ਸਕਦਾ ਕਿਉਂਕਿ ਭਾਈ ਰਣਜੀਤ ਸਿੰਘ ਦੀ ਰਿਪੋਰਟ ਮੈਂ ਪੜ੍ਹੀ ਹੈ। ਮੈਂ ਆਪਣੇ ਆਪ ਇੱਕ ਸਰਦਾਰ ਜਸਪਾਲ ਸਿੰਘ ਨਾਲ ਰਲ ਕੇ ਪੰਥਕ ਅਸੈਂਬਲੀ ਵਾਸਤੇ ਰਿਪੋਰਟ ਬਣਾਈ ਹੈ। ਇਸ ਦੇ ਸਬੂਤ ਇਹ ਹਨਗੇ ਕਿ ਇਹਨਾਂ ਨੇ ਪਹਿਲਾਂ ਤਾਂ ਕਿਹਾ ਕਿ ਜੀ ਇਹ ਬੇਅਦਬੀ ਨਹੀਂ ਹੋਈ ਤੇ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੇ ISI ਵਾਲਿਆਂ ਨੇ ਕੀਤੀ ਹੈ। ਦੂਸਰੀ ਗੱਲ ਇਹਨਾਂ ਨੇ ਇਹ ਕਹੀ ਕਿ ਬੇਅਦਬੀ ਜਿਹੜੀ ਹੈਗੀ ਜਿਨ੍ਹਾਂ ਨੇ ਜਿਹੜੇ ਰੌਲਾ ਪਾ ਰਹੇ ਇਹਨਾਂ ਨੇ ਆਪ ਵੀ ਜਿਹੜੇ ਸ਼ਰਧਾਲੂ ਹੋਣਗੇ ਇਹਨਾਂ ਨੇ ਕੀਤੀ ਹੈ। ਤੀਸਰਾ ਇਹ ਹੋਇਆ ਕਿ ਇਹਨਾਂ ਨੇ ਉਹਨਾਂ ਨੂੰ ਫੜ ਕੇ 2 ਜਣਿਆਂ ਨੂੰ ਟੌਰਚਰ ਕਰਨਾ ਸ਼ੁਰੂ ਕੀਤਾ ਔਰ ਉਹਨਾਂ ਕੋਲੋਂ ਇਕਬਾਲੀਆ ਬਿਆਨ ਲਿਖਾਉਣਾ ਚਾਹਿਆ ਕਿ ਅਸੀਂ ਬੇਅਦਬੀ ਕੀਤੀ ਹੈ। ਚੌਥਾ ਇਹ ਹੋਇਆ ਕਿ ਇਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸਾਰਾ ਮਸਲਾ ਹੈਗਾ ਇਸ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਬੰਦੇ ਸੀ ਉੱਥੇ ਜਿਹੜੇ ਸਪੌਟ ਦੇ ਉੱਤੇ ਬੰਦੇ ਸਨ ਉਹਨਾਂ ਲੋਕਾਂ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਠੀਕ ਔਰ ਫਿਰ ਇਹ ਡਿਕਲੇਅਰ ਕਰਕੇ 1 ਮਹੀਨੇ ਦਾ ਸਮਾਂ ਦੇ ਕੇ ਹੋਈ ਹੈ। ਸੋ ਇਹ ਸਾਰਾ ਕੁਝ ਪੁਆਇੰਟ ਆਊਟ ਕਰਦਾ ਔਰ ਇਹ ਡੈਫੀਨੇਟ ਗੱਲ ਹੈ ਕਿ ਉਸ ਕਰਾਊਡ ਦੇ ਉੱਤੇ ਜਿਹੜਾ ਪ੍ਰੋਟੈਸਟ ਕਰ ਰਿਹਾ ਗੋਲੀ ਨਹੀਂ ਸੀ ਚੱਲ ਸਕਦੀ। ਕਿਸੇ ਵੀ ਸੂਰਤ ਦੇ ਵਿੱਚ ਗੋਲੀ ਚਲਾਉਣ ਦਾ ਕੋਈ ਠੀਕ ਉਸ ਬਹਾਨਾ ਨਹੀਂ। ਮੈਂ ਗੁਰਤੇਜ ਸਿੰਘ ਜੀ ਵਾਪਸ ਮੈਂ ਆ ਰਿਹਾ ਤੁਹਾਡੇ ਕੋਲ ਵਾਪਸ। ਮਾਲੀ ਸਾਹਿਬ,
ਮਾਲੀ ਸਾਹਿਬ ਮੈਨੂੰ ਇਹ ਲੱਗਦਾ ਕਿ ਮੈਂ ਇਹ ਜਿਹੜੀ ਡਿਬੇਟ ਕਰ ਰਿਹਾ ਸਿਰਫ ਐਂਟੀ ਬਾਦਲ ਡਿਬੇਟ ਕਰ ਰਿਹਾ, ਮੈਨੂੰ ਇਹ ਲੱਗਦਾ ਪਿਆ ਮਾਲੀ ਸਾਹਿਬ, ਕਿਉਂਕਿ ਸਾਰਾ ਫੋਕਸ ਹੀ ਉੱਥੇ ਆ ਰਿਹਾ, ਇਸ ਤੋਂ ਇਲਾਵਾ ਕਿਤੇ ਕੋਈ ਗੱਲ ਨਹੀਂ ਕੀਤੀ ਜਾ ਰਹੀ। ਜਿਹੜੇ ਸਵਾਲ ਮੈਂ ਉਭਾਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਕਿ ਜੇ ਸਿਆਸਤ ਜ਼ਿੰਮੇਵਾਰ ਹੈ ਤਾਂ ਕੀ ਸਿਆਸਤ ਆਪ ਕਰਵਾ ਰਹੀ ਹੈ ਸਰ ਮਾਲੀ ਸਾਹਿਬ? ਮੈਨੂੰ ਇਸ ਸਵਾਲ ਦਾ ਜਵਾਬ ਚਾਹੀਦਾ ਮਾਲੀ ਸਾਹਿਬ। ਦੇਖੋ ਜੀ, ਪਹਿਲੀ ਗੱਲ ਮੈਂ ਤੁਹਾਨੂੰ ਇਹ ਕਿਹਾ, ਜੋ ਬਰਗਾੜੀ ਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਈ ਆ, ਉਹ ਸਿਆਸੀ ਮੰਤਮਾਨ ਲਈ ਹੋਈ ਆ, ਸਿਆਸੀ ਮਕਸਦ ਲਈ ਹੋਈ ਆ। ਉਹ ਉਦੋਂ ਦੇ ਪ੍ਰਸੰਗ ਚ ਜੇ ਤੁਸੀਂ ਦੇਖੋਗੇ ਉਹ ਤੁਹਾਨੂੰ ਗੱਲ ਸਪਸ਼ਟ ਹੁੰਦੀ ਆ। ਫਿਰ ਇਹ ਜਿਹੜੀ ਬੇਹੁਰਮਤੀ ਹੋਈ ਆ, ਇਹਦਾ ਇਨਸਾਫ ਦੀ ਸਿਆਸਤ ਦੀ ਤਾਂ ਵੋਟਾਂ ਦੀ ਸਿਆਸਤ ਤੋਂ ਸ਼ੁਰੂ ਹੋਈ ਆ। ਮੈਂ ਇੱਕ ਸਵਾਲ ਹੋਰ ਤੁਹਾਨੂੰ ਕਰਦਾ ਕੇਪੀ ਜੀ, ਸਿੱਖਾਂ ਦਾ ਇਤਿਹਾਸ ਇਹ ਆ, ਸਾਡੀ ਮੁਗਲਾਂ ਨਾਲ ਟੱਕਰ ਰਹੀ ਆ, ਮੁਸਲਮਾਨਾਂ ਨਾਲ ਨਹੀਂ ਰਹੀ। ਸਾਡੀ ਪਹਾੜੀ ਰਾਜਿਆਂ ਨਾਲ ਟੱਕਰ ਰਹੀ ਆ, ਹਿੰਦੂਆਂ ਨਾਲ ਨਹੀਂ ਰਹੀ। ਸਿੱਖੀ ਦੇ ਵਿੱਚ ਮੂਰਤੀ ਪੂਜਾ ਮਨਾ, ਸਿੱਖੀ ਦੇ ਵਿੱਚ ਤਸਵੀਰਾਂ ਦੀ ਪੂਜਾ ਮਨਾ, ਸਿੱਖੀ ਦੇ ਵਿੱਚ ਦੁਸ਼ਮਣ ਹੈ ਜਿਹੜਾ ਉਹਦੇ ਧਰਮ ਵਾਲਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਨਿਰੰਕਾਰੀ ਕਾਂਡ ਹੋਇਆ, ਬਹੁਤ ਵੱਡਾ ਹੋਇਆ, 13 ਸਿੰਘ ਸ਼ਹੀਦ ਕੀਤੇ, ਸਰਕਾਰ ਦੀ ਸਰਪ੍ਰਸਤੀ ਸੀ। ਪਹਿਲੀ ਵਾਰ ਹੋਇਆ ਕਿ ਹੁਕਮਨਾਮਾ ਦੁਸ਼ਮਣ ਦੀ ਥਾਂ ਸਾਰੇ ਫਿਰਕੇ ਦੇ ਖਿਲਾਫ ਕੀਤਾ। ਦੂਜੀ ਵਾਰ ਸਰਸੇ ਵਾਲੇ ਨੇ ਬੇਇੱਜ਼ਤੀ ਕੀਤੀ, ਸਰਸੇ ਵਾਲੇ ਨੇ ਉਹ ਸਵਾਂਗ ਰਚਾਇਆ, ਸਰਸੇ ਵਾਲੇ ਦੇ ਬੰਦਿਆਂ ਨੇ ਉਹ ਕੀਤਾ, ਉਹ ਸਾਰੇ ਫਿਰਕੇ ਦੇ ਖਿਲਾਫ ਹੁਕਮਨਾਮਾ ਹੋਇਆ, ਪੋਲਰਾਈਜੇਸ਼ਨ ਹੋ ਗਈ, ਗਲੀ ਗਲੀ ਚ ਲੜਾਈ ਪੈ ਗਈ। ਹੁਣ ਮੈਨੂੰ ਤਾਂ ਲੱਗਦਾ ਵੀ ਸਿੱਖੀ ਸਿਧਾਂਤ ਅਨੁਸਾਰ ਨਹੀਂ, ਫਿਰ ਹੁਕਮਨਾਮਾ ਵਾਪਸ ਲੈ ਲਿਆ, ਫਿਰ ਹੁਕਮਨਾਮਾ ਵਾਪਸ ਲਿਆ, ਫਿਰ ਰੱਦ ਕਰਤਾ। ਇਹਨਾਂ ਗੱਲਾਂ ਨੂੰ ਬਿਨਾਂ ਵਿਚਾਰੇ ਤੁਸੀਂ ਖੱਬੇ ਪੱਖੀ ਲੈਫਟਿਸਟ ਕਹਿ ਕੇ ਸਮਾਜ ਤੋਂ ਕਿਵੇਂ ਬਚ ਸਕਦੇ ਹੋ ਜੀ? ਮੈਂ ਵੀ ਕਹਿ ਸਕਦਾ ਵੀ ਸਿੱਖੀ ਦੇ ਵਿੱਚ ਬ੍ਰਾਹਮਣਵਾਦੀ ਖੋਟ ਬਹੁਤ ਰਲਿਆ ਹੋਇਆ, ਪੁਜਾਰੀਵਾਦ ਦਾ ਬੋਲਬਾਲਾ, ਸ਼ਬਦ ਗੁਰੂ ਨੂੰ ਨਕਾਰਿਆ ਜਾ ਰਿਹਾ। ਮੈਂ ਹਰਸਿਮਰਤ ਸਿੰਘ ਤੇ ਦੋਸ਼ ਲਾਦਾ, ਇਹ ਉਪਦੇਸ਼ਕ ਨੇ ਜੀ ਪ੍ਰੈਕਟੀਕਲੀ ਗੱਲ ਨਹੀਂ ਕਰਦੇ। ਦੋਸ਼ ਲਾਉਣ ਨਾਲ ਮਸਲਾ ਨਹੀਂ ਹੱਲ ਹੋਣਾ। ਮੇਰੀ ਗੱਲ ਦਾ ਜਵਾਬ ਦਿਓ, ਕੀ ਤੁਸੀਂ ਖੱਬੇ ਪੱਖੀ ਦੀ ਗੱਲ ਦਾ ਜਵਾਬ ਨਹੀਂ ਦੇਣਾ? ਕੀ ਤੁਸੀਂ ਦੂਜੇ ਧਰਮ ਵਾਲੇ ਦੀ ਗੱਲ ਦਾ ਜਵਾਬ ਨਹੀਂ ਦੇਣਾ? ਉਹ ਤੇ ਫੱਟਾ ਲਾ ਕੇ ਸਮਾਜਬੰਦ ਕਰਨਾ ਇਹ ਕੋਈ ਚੰਗੀ ਸ਼ੁਰੂਆਤ ਨਹੀਂ ਹੈ। ਚਲੋ ਮੈਂ ਆ ਰਿਹਾ, ਆਪਾਂ ਥੋੜਾ ਜਿਹਾ ਨਿੱਜ ਤੋਂ ਉੱਪਰ ਉੱਠ ਕੇ ਆਪਾਂ ਇਹ ਡਿਬੇਟ ਨੂੰ ਅੱਗੇ ਵਧਾਈਏ। ਡਾਕਟਰ ਖੁਸ਼ਹਾਲ ਸਿੰਘ, ਜਿਹੜਾ ਮਿਸਟਰ ਮਾਲੀ ਸਵਾਲ ਚੁੱਕ ਰਿਹਾ, ਉਹਨਾਂ ਸਵਾਲਾਂ ਤੇ ਸੰਵਾਦ ਨਹੀਂ ਹੋਣਾ ਚਾਹੀਦਾ? ਬਿਲਕੁਲ ਜੀ, ਸਿੱਖ ਪੰਥ ਦੇ ਵਿੱਚ ਸਵਾਦ ਦੀ ਬਹੁਤ ਵੱਡੀ ਪਰੰਪਰਾ ਰਹੀ ਹੈ ਔਰ ਇਹ ਇਸ਼ੂ ਜਿਹੜਾ ਮਾਲੀ ਸਾਹਿਬ ਨੇ ਚੱਕਿਆ ਇਹ ਕੋਈ ਅੱਜ ਦਾ ਜਿਹੜਾ ਨਵਾਂ ਇਸ਼ੂ ਨਹੀਂ ਹੈ। ਇਹ ਤਾਂ ਸਾਡੇ ਘੱਲੂਘਾਰੇ ਵੇਲੇ ਵੀ ਸਿੱਖਾਂ ਨੇ ਅਰਦਾਸ ਕੀਤੀ, ਗ੍ਰੰਥ ਹੀ ਨਾ ਰਹੇਗੋ ਤੋ ਪੰਥ ਹੀ ਨਾ ਰਹੇਗਾ ਤਾਂ ਗ੍ਰੰਥ ਕੌਣ ਮਾਨੋਗੇ। ਸੋ ਪੰਥ ਤੇ ਗ੍ਰੰਥ ਨੂੰ ਮਿਲ ਕੇ ਜਿਹੜਾ ਆ ਗੁਰੂ ਦਾ ਜਿਹੜਾ ਸਾਡਾ ਆ ਸੰਕਲਪ ਹੈ ਉਹ ਪੂਰਾ ਹੁੰਦਾ ਆ। ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਸ ਤਰ੍ਹਾਂ ਮਾਲੀ ਸਾਹਿਬ ਨੇ ਕਿਹਾ ਆ ਕਿ ਸਿੱਖ ਪ੍ਰੈਕਟਿਸ ਦੇ ਵਿੱਚ ਜਿਹੜਾ ਆ ਸਮਾਜਿਕ ਨਿਆਂ ਦਾ ਬਹੁਤ ਵੱਡਾ ਇੱਕ ਰੋਲ ਰਿਹਾ ਆ ਤੇ ਉਹਦੀ ਬਹੁਤ ਵੱਡੀ ਭੂਮਿਕਾ ਆ। ਤੇ ਅੱਜ ਦੇ ਦੌਰ ਦੇ ਵਿੱਚ ਸਿੱਖ ਜਿਹੜੇ ਸਿੱਖ ਲੀਡਰ ਨੇ ਜਾਂ ਸਿੱਖ ਸਿਆਸਤ ਹੈ ਉਹ ਸਮਾਜਿਕ ਨਿਆਂ ਵਾਲੇ ਪਾਸੇ ਉਹ ਭੱਜਣਾ ਚਾਹੁੰਦੀ ਹੈ। ਤੇ ਉਹਦੇ ਵਿੱਚੋਂ ਜਿਹੜੀਆਂ ਨਵੀਆਂ ਸਾਡੀਆਂ ਗੱਲਾਂ ਜਿਹੜੇ ਨਵੇਂ ਜਿਹੜੀਆਂ ਸਵਾਲ ਪੈਦਾ ਹੋਏ ਨੇ, ਅੱਜ ਬ੍ਰਾਹਮਣਵਾਦ ਦੀ ਜਿਹੜਾ ਵਰਤਾਂਤ ਹੈ ਉਹਦਾ ਬੋਲਬਾਲਾ ਆ ਸਾਡੀਆਂ ਇੰਸਟੀਟਿਊਸ਼ਨ ਉੱਤੇ ਵੀ ਤੇ ਸਾਡੀ ਪ੍ਰੈਕਟਿਸ ਵਿੱਚ ਬਹੁਤ ਜ਼ਿਆਦਾ ਹੈਗਾ ਆ। ਉਹਦੇ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ ਹੈ, ਦੋ ਰਾਵਾਂ ਨਹੀਂ। ਉਹਦੇ ਕਰਕੇ ਨਹੀਂ, ਇੱਕ ਮੇਰਾ ਸਵਾਲ ਹੈ, ਜੇ ਤੁਸੀਂ ਕਹਿ ਰਹੇ ਹੋ ਕਿ ਬ੍ਰਾਹਮਣਵਾਦ ਦਾ ਬੋਲਬਾਲਾ, ਕੀ ਉਹਦੇ ਕਰਕੇ ਬੇਅਦਬੀ ਵੱਧ ਗਈਆਂ? ਨਹੀਂ, ਬੇਅਦਬੀਆਂ ਨਹੀਂ ਵੱਧ ਗਈਆਂ। ਸਿੱਖਾਂ ਨੇ ਜਿਹੜੀ ਬੇਅਦਬੀ, ਮੰਨ ਲਓ ਕੋਈ ਬੇਅਦਬੀ ਜਿਹੜੀ ਸਿਧਾਂਤਕ ਬੇਅਦਬੀ ਹੈ, ਉਹਦੇ ਵੱਲ ਉਹਨਾਂ ਜ਼ੋਰ ਨਹੀਂ ਦਿੱਤਾ ਜਾਂਦਾ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਸਤਿਕਾਰ ਹੈ, ਪਰ ਉਹਦੇ ਨਾਲ ਜਿਹੜਾ ਸਿਧਾਂਤਕ ਸਾਡੇ ਤੇ ਜਿਹੜੇ ਹਮਲੇ ਹੋ ਰਹੇ ਆ, ਸਿਧਾਂਤਕ ਤੌਰ ਤੇ ਜਿਹੜਾ ਸਾਡੇ ਉਹਦੇ ਵੱਲ ਅਸੀਂ ਜਿਹੜਾ ਹੈ ਲਾਪਰਵਾਹ ਹੋ ਗਿਆ। ਸਾਡੀ ਪ੍ਰੋਬਲਮ ਇੱਥੇ ਖੜੀ ਹੈ। ਚਲੋ ਹਾਂਜੀ, ਠੀਕ ਹੈ। ਹਰਸਿਮਰਨ ਜੀ, ਮੈਂ ਥੋੜਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਆ ਜਾ ਤੁਹਾਡੇ ਕੋਲੇ, ਮੈਂ ਜੇ ਤੁਸੀਂ ਇਜਾਜ਼ਤ ਦਿਓ ਤਾਂ। ਚਲੋ ਮੈਂ ਬ੍ਰੇਕ ਲੈ ਕੇ ਵਾਪਸ ਆ ਰਿਹਾ। ਸਵਾਲ ਬਹੁਤ ਸੰਜੀਦਗੀ ਵਾਲੇ ਆ ਤੇ ਇਹਨਾਂ ਨੂੰ ਸੰਜੀਦਗੀ ਨਾਲ ਹੀ ਸਮਝਣ ਦੀ ਜ਼ਰੂਰਤ ਹੈਗੀ ਆ। ਇਸ ਚਰਚਾ ਨੂੰ ਤੁਸੀਂ ਇੱਕ ਪਾਸੇ ਨਾ ਸਮਝ ਕੇ ਚੱਲਿਓ, ਸੰਵਾਦ ਇਸ ਤੋਂ ਅੱਗੇ ਵੀ ਹੋਣਾ ਚਾਹੀਦਾ ਹੈ। ਇਹ ਚਰਚਾ ਇੱਥੇ ਹੀ ਸਮਾਪਤ ਨਹੀਂ ਕਰਾਂਗੇ, ਅਸੀਂ ਇੱਕ ਬ੍ਰੇਕ ਲੈ ਕੇ ਵਾਪਸ ਆਵਾਂਗੇ, ਕੋਈ ਸਵਾਲ ਲਵਾਂਗੇ, ਪਰ ਇਹ ਚਰਚਾ ਫਿਰ ਵੀ ਸਮਾਪਤ ਨਹੀਂ ਹੋਣੀ, ਮੁਲਤਵੀ ਕਰਕੇ ਜਾਵਾਂਗੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਬੇਅਦਬੀ ਦੀਆਂ ਵੱਧਦੀਆਂ ਘਟਨਾਵਾਂ ਤੇ ਅਸਲ 'ਚ ਕਿਹੜੀ ਬਹਿਸ ਦੀ ਲੋੜ ਹੈ? ਹਰਸਿਮਰਨ ਜੀ, ਮੈਂ ਇੱਕ ਸਵਾਲ ਤੁਹਾਨੂੰ ਕਰਨਾ, ਬੇਅਦਬੀ ਸ਼ਬਦ ਸਰ ਆਇਆ ਕਿੱਥੋਂ ਹੈ? ਇਹਦਾ ਪਿਛੋਕੜ ਕੀ ਹੈ ਸਰ? ਕਿੱਥੇ ਲਿਖਿਆ ਹੋਇਆ ਬੇਅਦਬੀ ਹੋ ਗਈ?
ਦੇਖੋ ਇੱਕ ਤਾਂ ਹੁੰਦਾ ਅਦਬ ਹੁੰਦਾ ਨਾ ਜੀ, ਇੱਕ ਚੀਜ਼ ਦਾ ਹਰ ਚੀਜ਼ ਦਾ ਅਦਬ ਸਤਿਕਾਰ ਹੁੰਦਾ ਹੈ ਜੀ। ਹਾਂ ਜਿਸ ਵੇਲੇ ਤੁਸੀਂ ਅਦਬ ਸਤਿਕਾਰ ਨੂੰ ਛੱਡ ਦਿੰਦੇ ਹੋ, ਅਦਬ ਸਤਿਕਾਰ ਤੋਂ ਉਲਟ ਕੰਮ ਕਰਦੇ, ਤਾਂ ਉਹ ਜਿਹੜਾ ਉਸ ਦੀ ਜਿਹੜੀ ਬੇਅਦਬੀ ਦਾ ਸ਼ੁਰੂਆਤ ਹੋ ਜਾਂਦੀ ਹੈ ਉਸ ਵੇਲੇ। ਹਾਂ ਜਿਸ ਵੇਲੇ ਤੁਸੀਂ ਉਹਦਾ ਸਤਿਕਾਰ ਨਾ ਕਰੋ, ਸਿਧਾਂਤਕ ਤੌਰ ਤੇ ਇੱਕ ਤਰ੍ਹਾਂ ਚੈਲੰਜ ਕਰੋ, ਜਾਂ ਗੁਰੂ ਗ੍ਰੰਥ ਸਾਹਿਬ ਦਾ ਜਾਂ ਕਿਸੇ ਵੀ ਧਰਮ ਗ੍ਰੰਥ ਨੂੰ ਤੁਸੀਂ ਕਿਸੇ ਸਮੇਂ ਉਸ ਦੀ ਬੇਹਰਮਤੀ ਕਰੋ, ਉਸ ਨੂੰ ਰਿਕਗਨਾਈਜ਼ ਨਾ ਕਰੋ, ਉਹ ਕਨਫਿਊਜ਼ ਕਰੋ, ਉਹ ਉਸ ਵੇਲੇ ਬੇਅਦਬੀ ਦਾ ਸ਼ੁਰੂਆਤ ਹੋ ਜਾਂਦੀ ਹੈ। ਤੁਸੀਂ ਇੰਨਾ ਇਹ ਕੰਮ ਬੇਅਦਬੀ ਕੀਤਾ ਉਹੀ ਹਰਸਿਮਰਨ ਚੀਜ਼ ਜੀ, ਹੈ। ਹਰਸਿਮਰਨ ਜੀ ਤੁਸੀਂ ਇੰਨਾ ਕੰਮ ਕੀਤਾ। ਸਾਡੇ ਕੋਲੇ ਕਰੋੜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ, ਲੱਖਾਂ ਦੀ ਤਾਦਾਦ ਵਿੱਚ, ਕਰੋੜਾਂ ਦੀ ਅਰਬਾਂ ਦੀ ਤਾਦਾਦ ਵਿੱਚ ਗੁਟਕਾ ਸਾਹਿਬ ਹੋਣਗੇ। ਮੇਰਾ ਸਵਾਲ ਹੈ ਕਿ ਅਸੀਂ ਉਹਨਾਂ ਦੀ ਉਸ ਤਰੀਕੇ ਜੋ ਮਰਿਆਦਾ ਹੈਗੀ ਆ ਉਸ ਮੁਤਾਬਕ ਜੇ ਅਸੀਂ ਸਾਂਭ ਨਹੀਂ ਪਾ ਰਹੇ ਤਾਂ ਫਿਰ ਕੀ ਕਰਨਾ ਚਾਹੀਦਾ ਸਾਨੂੰ, ਉਹ ਦੱਸ ਦਿਓ ਹਰਸਿਮਰਨ ਜੀ। ਦੇਖੋ ਜਿਹੜੀ ਇਸ ਵੇਲੇ ਦੁਨੀਆ ਜਿਹੜੀ ਕਾਫੀ ਸਾਰੇ ਦੁਨੀਆ ਸਾਰੇ ਕੁਝ ਫੈਲ ਗਏ ਨੇ, ਗੁਰਦੁਆਰੇ ਹੋ ਗਏ ਨੇ। ਗੁਰਦੁਆਰੇ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਿਕਾਰ ਹੈ, ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਗੁਰੂ ਗੁਰਦੁਆਰੇ ਦੀ ਪਹਿਲੀ ਲੋੜ ਹੈ, ਅਦਰਵਾਈਜ਼ ਬਿਲਡੇਗਾ ਉਹ। ਇਹਦੇ ਚ ਇਹ ਮਿਹਣਾ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਇਸ ਤਰੀਕੇ ਨਾਲ ਜੇ ਹੋ ਜਾਏ ਤਾਂ ਜੇ ਵੱਡੀ ਗਿਣਤੀ ਛਾਪ ਦੇ ਤੇ ਅਸੀਂ ਉਹਦਾ ਤਿਰਸਕਾਰ ਕਰੀਏ, ਤੇ ਲੋਕਾਂ ਨੇ ਜਿਹੜੇ ਵਿਰੋਧੀ ਲੋਕ ਨੇ ਉਹਨਾਂ ਨੂੰ ਅਸੀਂ ਮੌਕਾ ਦੇ ਦਈਏ ਉਹਦੇ ਚ ਸਿਧਾਂਤਕ ਤੇ ਉਹਦੀ ਜਿਹੜੀ ਬੁਨਿਆਦਾਂ ਦੀ ਹੈਗੀ ਆ ਉਹਦੇ ਚ ਕਾਰਨ। ਸੋ ਮੈਂ ਸਮਝਦਾ ਕਿ ਜਿਹੜਾ ਬੇਅਦਬੀ ਦਾ ਮੁੱਦਾ ਹੈਗਾ ਨਾ, ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ। ਬੇਅਦਬੀ ਜਿਹੜੀ ਹੈ ਉਹ ਹੋਈ ਹੈ, ਔਰ ਇਸ ਦੇ ਵਿੱਚ ਬੜੀ ਗਣਿਮਤੀ ਸਾਜ਼ਿਸ਼ ਹੈ। ਉਹ ਸਾਜ਼ਿਸ਼ਾਂ ਜਿਹੜੀਆਂ ਨੇ ਇਹ ਆਫਟਰ ਆਲ ਦੇ ਬੇਨਕਾਬ ਹੋਣਾ ਬੜਾ ਜ਼ਰੂਰੀ ਹੈ। ਤੇ ਇਹਦਾ ਜਿਹੜਾ ਰਾਜਨੀਤੀ ਕਰਕੇ ਜੋ ਮੁੱਦੇ ਨੂੰ ਜਿਹੜਾ ਰਸਤੇ ਤੋਂ ਭਟਕਾ ਦਿੱਤਾ ਗਿਆ ਹੈ, ਇਸ ਨੂੰ ਭਟਕਾਉਣ ਤੋਂ ਕਿਸ ਢੰਗ ਦੇ ਨਾਲ ਸੰਗਤ ਨੇ ਭਾਵਨਾਵਾਂ ਨੂੰ ਕਿਸ ਢੰਗ ਦੇ ਨਾਲ ਉਹਨੂੰ ਸੰਤੁਸ਼ਟੀ ਮਿਲਦੀ ਹੈ, ਇਹ ਸਰਕਾਰਾਂ ਦੀ ਮਰਜ਼ੀ ਜ਼ਿੰਮੇਵਾਰੀ ਹੈ, ਐਜੀਪੀਸੀ ਦੀ ਮਰਜ਼ੀ ਜ਼ਿੰਮੇਵਾਰੀ ਹੈ, ਧਾਰਮਿਕ ਲੋਕਾਂ ਦੀ ਮਰਜ਼ੀ ਜ਼ਿੰਮੇਵਾਰੀ ਹੈ, ਅਕਾਲ ਤਖਤ ਸਾਹਿਬ ਜ਼ਿੰਮੇਵਾਰੀ, ਕਿਉਂਕਿ ਮੁੱਦਾ ਬੜਾ ਵੱਡਾ ਬਣ ਗਿਆ। ਜਿਹੜੇ ਸਰੂਪ ਲਾਪਤਾ ਹੋ ਜਾਂਦੇ ਹਰਸਿਮਰਨ ਜੀ, ਉਹ ਕੀ ਹੈ? ਜਿਹੜੇ ਸਰੂਪ ਲਾਪਤਾ ਹੋ ਜਾਂਦੇ ਉਹਨਾਂ ਨੂੰ ਕੀ ਕਹੋਗੇ ਤੁਸੀਂ? ਮੈਂ ਇਸ ਕਰਕੇ ਕਹਿ ਰਿਹਾ ਨਾ ਕਿ ਇੱਕ ਰਿਫਾਰਮੇਸ਼ਨ ਦਾ ਮੁੱਦਾ ਹੈਗਾ ਕਿ ਕਿਸ ਢੰਗ ਨਾਲ ਅਸੀਂ ਆਪਣੀ ਇੰਸਟੀਟਿਊਸ਼ਨ ਕਿਵੇਂ ਚਲਾਉਣੀਆਂ ਨੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਾਇਮ ਕਰਨਾ ਹੈ, ਇਸ ਨੂੰ ਜਿਹੜਾ ਕਮਰਸ਼ੀਅਲਾਈਜੇਸ਼ਨ ਆਫ ਰਿਲੀਜਨ ਹੋ ਰਿਹਾ ਹੈ। ਨਹੀਂ ਹਰਸਿਮਰਨ ਜੀ, ਮੇਰਾ ਸਵਾਲ ਹੈ ਜਿਹੜੇ ਸਰੂਪ ਲਾਪਤਾ ਹੋ ਜਾਂਦੇ ਉਹਨਾਂ ਨੂੰ ਤੁਸੀਂ ਕੀ ਕਹੋਗੇ? ਕੀ ਹੋਇਆ? ਉਹ ਚੋਰੀ ਹੋ ਗਏ, ਬੇਅਦਬੀ ਹੋ ਗਈ, ਜਾਂ ਅਣਗਹਿਲੀ ਹੋ ਗਈ, ਲਾਪਰਵਾਹੀ ਹੋ ਗਈ, ਜ਼ਿੰਮੇਵਾਰੀ ਨਹੀਂ ਨਿਭਾਈ ਗਈ, ਕਿਹੜੀ ਸ਼੍ਰੇਣੀ ਵਿੱਚ ਪਾਓਗੇ ਤੁਸੀਂ? ਇਹ ਸਾਰੀਆਂ ਚੀਜ਼ਾਂ ਤੁਸੀਂ ਕਿਦੋਂ ਹੋਰ ਤੋਂ ਸ਼ਾਮਲ ਕਰ ਲਓ, ਉਹ ਵੀ ਹੋ ਗਿਆ ਹੋਇਆ। ਲੇਕਿਨ ਸਵਾਲ ਇਹ ਹੈ ਵੀ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਦੀ ਜ਼ਰੂਰਤ ਬਣੀ ਹੈ ਕਿ ਉਹਨਾਂ ਨੇ ਬੇਅਦਬੀ ਕੀਤੀ ਹੈ, ਉਹ ਵੀ ਬੇਅਦਬੀ ਹੈ। ਚਲੋ ਠੀਕ ਹੈ। ਇੱਕ ਮਿਸਟਰ ਮਾਲੀ ਹਰਨ ਨੇ ਸਵਾਲ ਚੁੱਕਿਆ ਬ੍ਰਾਹਮਣ ਮਾਦ ਵਾਲਾ, ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਉਹਨਾਂ ਦਾ ਹਰਸਿਮਰਨ ਜੀ? ਮੈਂ ਜਾਣਨਾ ਚਾਹੁੰਦਾ ਜੀ, ਸਵਾਲ ਇਹ ਹੈ ਕਿ ਜਦੋਂ ਵੀ ਕੋਈ ਕੌਮ ਜਾਂ ਦੇਸ਼ ਦਾ ਧਰਮ ਜਾਂ ਕੋਈ ਐਸਾ ਸੱਭਿਆਚਾਰ ਜਿਹੜਾ ਵੀ ਵੱਧਦਾ ਹੈ ਨਾ, ਕੋਈ ਨਾ ਕੋਈ ਪ੍ਰੋਬਲਮ ਪੂਰੀਆਂ ਆ ਜਾਂਦੀਆਂ ਨੇ ਜਿਸ ਸਮੇਂ ਦੇ ਨਾਲ, ਔਰ ਉਹਦੀ ਜਿਹੜੀ ਅੰਦਰੂਨੀ ਸ਼ਕਤੀਆਂ ਹੁੰਦੀਆਂ ਨੇ ਉਹਨਾਂ ਰਿਫਾਰਮਸ ਕਰਦੀਆਂ ਨੇ, ਉਹਨੂੰ ਠੀਕ ਕਰਦੀਆਂ ਨੇ। ਜੇ ਬ੍ਰਾਹਮਣਵਾਦੀ ਦੀ ਇੰਟਰਪ੍ਰੀਟੇਸ਼ਨ ਹੋ ਰਹੀ ਹੈ ਤਾਂ ਇਹ ਵੀ ਇੱਕ ਸਾਡੇ ਗੱਲ ਪਾਇਆ ਜਾ ਰਿਹਾ ਵਿਚਾਰ ਕਿ ਅਸੀਂ ਇਹਨੂੰ ਕਿਵੇਂ ਠੀਕ ਕਰਨਾ ਹੈ। ਪਰ ਸਵਾਲ ਇਹ ਵੀ ਇਹ ਵਿਰੋਧ ਵਿੱਚੋਂ ਨਹੀਂ ਗੱਲ ਨਿਕਲਣੀ ਚਾਹੀਦੀ ਕਿ ਵਿਰੋਧ ਕਰਨਾ ਇਸ ਕਰਕੇ ਉਸ ਨੂੰ ਕਿਸ ਤਰੀਕੇ ਨਾਲ ਇੰਟਰਪ੍ਰੀਟ ਕਰੋਗੇ। ਠੀਕ ਮੈਂ ਸਮਝਦਾ ਕਿ ਮਾਲੀ ਸਾਹਿਬ ਹੋ ਸਕਦੇ ਨੇ। ਸਵਾਲ ਅਸੀਂ ਵੇਖਣਾ ਇਹ ਸਿੱਖ ਕੌਮ ਨੇ ਵੇਖਣਾ ਕਿ ਅਸੀਂ ਆਪਣੀ ਜਿਹੜੀ ਨੂੰ ਕਿਵੇਂ ਠੀਕ ਕਰਨਾ ਹੈ, ਇਹਦੀ ਇੰਟਰਪ੍ਰੀਟੇਸ਼ਨ ਕਿਵੇਂ ਕਰਨਾ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਜਿਹੜੀ ਸਾਰੀ ਸਿਧਾਂਤਕ ਸਾਡੇ ਨੁਕਸਾਨ ਹੋ ਰਿਹਾ, ਸਾਡੇ ਹਮਲੇ ਕੀਤੇ ਜਾ ਰਹੇ ਨੇ, ਉਸ ਨੂੰ ਐਵੇਂ ਜਾਣ ਦਈਏ। ਜਦੋਂ ਤੁਸੀਂ ਇਨਸਾਫ ਨਹੀਂ ਦਿਓਗੇ, ਜਦੋਂ ਇਨਸਾਫ ਨਹੀਂ ਦਿਓਗੇ ਤੇ ਮੁੱਦੇ ਤੇ ਖੜੇ ਰਹਿਣਗੇ ਨੇ ਜੀ। ਚਲੋ ਠੀਕ ਹੈ ਡਾਕਟਰ ਖੁਸ਼ਹਾਲ ਸਿੰਘ ਠੀਕ ਹੈ। ਚਲੋ ਡਾਕਟਰ ਖੁਸ਼ਹਾਲ ਸਿੰਘ, ਜਦੋਂ ਕੋਈ ਹੋਰ ਕਰਦਾ, ਬੇਹੁਰਮਤੀ ਕਰਦਾ, ਬੇਅਦਬੀ ਕਰਦਾ, ਅਸੀਂ ਸਾਰੇ ਬੜੇ ਸਵਾਲ ਚੁੱਕਦੇ ਹਾਂ। ਜਦੋਂ ਸਾਡੇ ਇੰਸਟੀਚਿਊਟ ਦੇ ਵਿੱਚੋਂ ਕੁਝ ਚੀਜ਼ਾਂ ਗਾਇਬ ਹੋ ਜਾਂਦੀਆਂ, ਸਰੂਪ ਗਾਇਬ ਹੋ ਜਾਂਦੇ ਆ, ਚੋਰੀ ਹੋ ਜਾਂਦੇ ਆ, ਲਾਪਤਾ ਹੋ ਜਾਂਦੇ, ਜਿਹਨੂੰ ਮਰਜ਼ੀ ਤੁਸੀਂ ਉਸ ਤਰੀਕੇ ਡਿਫਾਈਨ ਕਰ ਲਓ, ਉਹਨੂੰ ਫਿਰ ਤੁਸੀਂ ਕੀ ਕਹੋਗੇ? ਦੇਖੋ ਜੀ, ਇਹ ਹਰੇਕ ਧਰਮ ਦੇ ਵਿੱਚ ਇੱਕ ਪੁਜਾਰੀ ਕਲਾਸ ਪੈਦਾ ਹੋ ਜਾਂਦੀ ਹੈ ਸਮੇਂ ਦੇ ਨਾਲ। ਸਾਡੇ ਵਿੱਚ ਨਹੀਂ ਸੀ, ਗੁਰੂ ਸਾਹਿਬ ਨੇ ਨਹੀਂ ਸੀ ਕੀਤੀ, ਪਰ ਸਮੇਂ ਦੇ ਹਾਲਾਤਾਂ ਅਨੁਸਾਰ ਪੈਦਾ ਹੋ ਗਈ। ਉਹਦੇ ਆਪਣੇ ਇੱਕ ਇੰਟਰਸਟ ਨੇ, ਉਹਦੇ ਵਿੱਚ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਜਿਹਨੂੰ ਮਰਜ਼ੀ ਸ਼ਾਮਲ ਕਰ ਲਓ, ਉਹਨਾਂ ਦੇ ਜਿਹੜੇ ਆਪਣੇ ਇੰਟਰਸਟ ਸੀ ਉਹਦੇ ਜਾਂ ਲਾਪਰਵਾਹੀ ਕਹਿ ਲਈਏ ਜਾਂ ਉਹਨਾਂ ਦੀ ਜੇ ਲਾਲਚ ਸੀਗੇ, ਉਹਦੇ ਤਹਿਤ ਉਹ ਜਿਹੜਾ ਮੁੱਦਾ ਹੈਗਾ ਇਹਨੂੰ ਬਰਗਾੜੀ ਵਾਲੇ ਇਸ਼ੂ ਨਾਲ ਨਹੀਂ ਅਸੀਂ ਇਹਦੀ ਤੁਲਨਾ ਕਰ ਸਕਦੇ। ਉੱਥੇ ਹੋਰ ਭਾਵਨਾ ਹੈਗੀ ਹੈ, ਉੱਥੇ ਉਹ ਲਾਲਚ ਹੋ ਸਕਦਾ ਉਹਨਾਂ ਦਾ, ਉੱਥੇ ਪੋਲੀਟੀਕਲ ਪ੍ਰੈਸ਼ਰ ਹੋ ਸਕਦਾ, ਉਹਨਾਂ ਨੇ ਆਪਣੇ ਸਿਆਸੀ ਹਿੱਤਾਂ ਵਾਸਤੇ ਲੋਕਾਂ ਨੂੰ ਜਿਹੜੇ ਆ ਜਾਂ ਡੇਰੇਦਾਰਾਂ ਨੂੰ ਉਹ ਬੀੜਾਂ ਦਵਾਈਆਂ ਹੋਣ, ਤੇ ਉਹਦੇ ਵਿੱਚ ਕੋਈ ਹੋਰ ਕਿਸਮ ਦੀ ਬੇਈਮਾਨੀ ਹੋ ਸਕਦੀ ਹੈ। ਉਹਦੇ 'ਚੋਂ ਉਹ ਬਰੀ ਨਹੀਂ ਕੀਤੇ ਜਾ ਸਕਦੇ, ਉਹ ਦੋਸ਼ੀ ਉਹ ਵੀ ਹੈਗੇ ਆ। ਪਰੰਤੂ ਉੱਥੇ ਉਹਨਾਂ ਦਾ ਕੋਈ ਵੋਟਾਂ ਦੀ ਪ੍ਰਾਪਤੀ ਜਾਂ ਸਿਆਸਤ ਨਹੀਂ ਕਰਨੀ, ਉਹਨਾਂ ਜਿਹੜੀ ਉਹ ਲਾਪਰਵਾਹੀ
ਕਰਕੇ ਉੱਥੇ ਮਕਸਦ ਹੋਰ ਹੈ, ਇੱਥੇ ਮਕਸਦ ਬਿਲਕੁਲ ਹੋਰ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਕੰਪਨੀ ਦੇ ਤੌਰ ਤੇ ਚਲਾਉਣ ਵਾਸਤੇ ਉਹਨਾਂ ਨੂੰ ਆਪਣੀਆਂ ਸਿਆਸੀ ਗਿਣਤੀਆਂ ਮਿੰਤੀਆਂ ਰਾਹੀਂ ਨਹੀਂ, ਮਾਲੀ ਸਾਹਿਬ ਨੇ ਇੱਕ ਸਵਾਲ ਕੀਤਾ ਸੀ, ਸਿਆਸੀ ਮੰਤਵ ਲਈ ਉਹ ਬੇਅਦਬੀ ਕਰਵਾਈ ਗਈ, ਹਾਂਜੀ, ਪਰ ਉਹਨਾਂ ਨੇ ਇਹ ਸਵਾਲ ਨਹੀਂ ਕੀਤਾ ਗਾ ਕਿ ਉਹਨਾਂ ਨੇ ਖੁਦ ਕਰਵਾਈ। ਤੁਸੀਂ ਇਸ ਸਵਾਲ ਨੂੰ ਡਿਫਾਈਨ ਕਰ ਸਕਦੇ ਹੋ? ਮੈਂ ਖੁਦ ਨਹੀਂ ਕਹਿੰਦਾ, ਵਿੱਚ ਟੂਲ ਵਰਤੇ ਜਾਂਦੇ ਆ ਜੀ, ਅੱਜ ਤੱਕ ਵਰਤੇ ਜਾ ਰਹੇ। ਕੋਈ ਵਿਅਕਤੀ ਵਰਤਿਆ ਜਾਂਦਾ, ਮੈਨੂੰ ਵਰਤ ਲਿਆ, ਕਿਸੇ ਹੋਰ ਬੰਦੇ ਨੂੰ ਵਰਤ ਲਿਆ, ਉਹ ਤੇ ਟੂਲ ਨੇ ਜਿਨ੍ਹਾਂ ਨੂੰ ਉਹਦਾ ਜਿਹੜਾ ਫਾਇਦਾ ਹੁੰਦਾ ਆ ਸਿਆਸੀ ਤੌਰ ਤੇ, ਜਿਨ੍ਹਾਂ ਦਾ ਮੰਤਵ ਪੂਰਤੀ ਹੁੰਦੀ ਹੈ, ਉਹ ਅਸਲ 'ਚ ਦੋਸ਼ੀ ਮੈਂ ਮੰਨਦਾ ਉਹਨਾਂ ਨੂੰ। ਠੀਕ ਹੈ। ਮਾਲੀ ਸਾਹਿਬ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਹਾਂ ਜੀ, ਆ ਰਹੀ। ਮਾਲੀ ਸਾਹਿਬ, ਜਿਹੜੀ ਕੌਮ ਦੀ ਲੀਡਰਸ਼ਿਪ ਹੈ ਜਾਂ ਕੌਮ ਦੇ ਨੁਮਾਇੰਦੇ ਨੇ, ਧਾਰਮਿਕ ਆਗੂ ਨੇ, ਕਿ ਉਹ ਸੰਗਤ ਨੂੰ ਸਮਝਾ ਸਕਦੇ ਆ ਵੀ ਭਾਈ ਤੁਹਾਨੂੰ ਟੂਲ ਦੇ ਰੂਪ ਵਿੱਚ ਵਰਤਿਆ ਜਾ ਰਿਹਾ, ਵੋਟ ਬੈਂਕ ਦੇ ਰੂਪ ਵਿੱਚ ਵਰਤਿਆ ਜਾ ਰਿਹਾ, ਤੁਸੀਂ ਇਸ ਨੂੰ ਇਸ ਸੰਦਰਭ ਵਿੱਚ ਸਮਝ ਕੇ, ਇਸ ਸੰਦਰਭ ਵਿੱਚ ਸਮਝੋ ਕਿ ਤੁਹਾਡੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ, ਬੇਅਦਬੀ ਹੋ ਰਹੀ ਹੈ, ਨੋ ਡਾਊਟ ਮਾਲੀ ਸਾਹਿਬ, ਪਰ ਜਿਸ ਤਰੀਕੇ ਨਾਲ ਉਸ ਨੂੰ ਆਪਦਾ ਸਿਆਸੀ ਪਲੰਦਾ ਪਾ ਕੇ ਪੇਸ਼ ਕੀਤਾ ਜਾ ਰਿਹਾ, ਉਹ ਬੜਾ ਖਤਰਨਾਕ ਹੈਗਾ ਮਾਲੀ ਸਾਹਿਬ। ਦੇਖੋ ਜੀ, ਮੈਂ ਬੇਨਤੀ ਇਹੀ ਕੀਤੀ ਆ, ਬੇਨਤੀ ਇਹ ਆ ਵੀ ਸਿੱਖਾਂ ਤੇ ਜੋ ਹਮਲੇ ਹੋ ਰਹੇ, ਜੋ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਆ, ਉਹਦੇ ਖਿਲਾਫ ਲੜਨਾ ਚਾਹੀਦਾ, ਪਰ ਲੜਨ ਲਈ ਦਰੁਸਤ ਸਮਝ, ਸੋਝੀ ਤੇ ਪੈਂਤੜਾ ਅਖਤਿਆਰ ਕਰਨਾ ਚਾਹੀਦਾ। ਹੁਣ ਤੁਸੀਂ ਮੈਨੂੰ ਦੱਸੋ, ਸਰਦਾਰ ਸਾਹਿਬ ਨੇ ਵੀ ਕਿਹਾ, ਗੁਰਤੇਜ ਸਿੰਘ ਨੇ ਵੀ ਭੀੜ ਆਉਂਦੀ ਸੀ, ਜਦੋਂ ਪ੍ਰਕਾਸ਼ ਹੋ ਜਾਂਦੀ ਸੀ, ਸਿੰਘ ਪੰਜ ਪਿਆਰੇ ਅਰਦਾਸ ਕਰਦੇ ਸੀ, ਫੇਰ ਉਹਤੇ ਮਰਿਆਦਾ ਲਾਗੂ ਹੁੰਦੀ ਸੀ। ਹੁਣ ਤੁਸੀਂ ਆਲੇ ਦੁਆਲੇ ਛਾਪਣ ਤੇ ਪਾਬੰਦੀ ਲਾਤੀ, ਫੇਰ ਜਦੋਂ ਭੀੜ ਦੀ ਜਲਦ ਬੰਨੀ ਗਈ, ਉਹਦੀ ਉਹਤੇ ਮਰਿਆਦਾ ਲਾਗੂ ਕਰਤੀ। ਜਿਹੜੇ ਲੋਕ ਪਹਿਲਾਂ ਆਦਮ ਸਤਿਕਾਰ ਨਾਲ ਬਖਸ਼ ਦੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਲੈ ਆਉਂਦੇ ਸੀ ਗੁਰਦੁਆਰਾ ਸਾਹਿਬ, ਉਹਨੂੰ ਤੁਸੀਂ ਮਹਿੰਗਾ ਕਿੰਨਾ ਕਰਤਾ। ਵਿਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਲਿਜਾਣਾ 10 ਲੱਖ ਰੁਪਇਆ ਖਰਚ ਹੁੰਦਾ, ਤੇ ਫਿਰ ਗਾਹਾਂ ਉਹਨਾਂ ਖਾਤਰ ਇੱਕ ਵੱਖਰਾ ਕਮਰਾ ਚਾਹੀਦਾ। ਸਾਡਾ ਪਰਿਵਾਰ ਸਾਰਾ ਅੰਮ੍ਰਿਤਧਾਰੀ ਆ ਸੀ, ਕਿਸੇ ਵੇਲੇ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਦੀ ਸੀ, ਗੁਟਕਾ ਸਾਹਿਬ ਦੀ ਸੀ, ਬੜਾ ਸਤਿਕਾਰ ਸੀ, ਇੱਕ ਅਲਮਾਰੀ ਸੀ, ਉਹ 'ਚ ਰੱਖ ਦਿੰਦੇ। ਮੇਰੇ ਚਾਚਾ ਜੀ ਸੀ ਗਿਆਨੀ, ਉਹ ਪਾਠ ਪੜ੍ਹਦੇ, ਸਾਖੀਆਂ ਪੜ੍ਹਦੇ, ਕਦੇ ਸਵਾਲ ਹੀ ਨਹੀਂ ਉੱਠਿਆ ਸੀ ਬੇਅਦਬੀ ਦਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ, ਜੋ ਗੱਲਾਂ ਹੁਣ ਜਿਹੜੇ ਘਰਾਂ ਤੋਂ ਗੁਰੂ ਗ੍ਰੰਥ ਸਾਹਿਬ ਸੀ, ਉੱਥੇ ਛਾਪੇ ਮਾਰੇ ਜਾ ਰਹੇ ਨੇ, ਲੋਕ ਤਾਂ ਡਰ ਰਹੇ ਨੇ। ਉਗਰੀ ਵਾਲੀ ਨਹਿਰ ਚੋਂ ਇੱਕ ਗੁਟਕਾ ਸਾਹਿਬ ਲੱਭ ਗਿਆ, ਨਹਿਰ ਬੰਦ ਹੋਈ, ਕਹਿੰਦੇ ਬੇਅਦਬੀ ਹੋ ਗਈ ਜੀ। ਹੋ ਸਕਦਾ ਕਿਸੇ ਨੇ ਸਰਕਾਰ ਨਾਲ ਜਲ ਪ੍ਰਵਾਹ ਕੀਤਾ ਹੋਵੇ। ਬੇਅਦਬੀ ਦੀ ਪਰਿਭਾਸ਼ਾ ਨੂੰ ਨਿਤਾਰੋ। ਜੋ ਸਿੱਖੀ ਸਿਧਾਂਤ ਨੇ, ਸੰਕਲਪ ਨੇ, ਜੋ ਉਹਨਾਂ 'ਚ ਬ੍ਰਾਹਮਣਵਾਦੀ ਖੋਟ ਰਲਾਇਆ ਜਾ ਰਿਹਾ, ਸਿੱਖ ਹਿੰਦੂਆਂ ਵਾਂਗੂ ਕਿਉਂ ਪ੍ਰਤੀਕਰਮ ਕਰਨ ਦੀ, ਸਿੱਖ ਮੁਸਲਮਾਨਾਂ ਵਾਂਗੂ ਕਿਉਂ ਪ੍ਰਤੀਕਰਮ ਕਰਨ ਦੀ, ਸਿੱਖੀ ਸੋਝੀ ਉਹਦੇ ਅਨੁਸਾਰ ਐਕਸ਼ਨ ਦਾ ਰਿਐਕਸ਼ਨ ਨਹੀਂ, ਸਿੱਖਾ ਜਿਹੜਾ ਰਿਸਪੌਂਸ ਦਿੰਦਾ, ਠੀਕ ਗੱਲ ਸੋਚਦਾ, ਵਿਚਾਰਦਾ, ਫਿਰ ਉਹਦੇ ਪ੍ਰਤੀ ਗੁਰਬਾਣੀ ਦੀ ਸੋਝੀ ਅਨੁਸਾਰ ਹੁੰਗਾਰਾ ਦਿੰਦਾ। ਮਾਲੀ ਸਾਹਿਬ ਤੁਸੀਂ ਇਹ ਕਹਿੰਦੇ, ਮਾਲੀ ਸਾਹਿਬ ਤੁਸੀਂ ਨਾ ਜੀ ਕੋਈ ਸਵਾਲ ਨਾ ਉਠਾਓ। ਖਾਲਸਾ ਪੰਥ ਨੇ ਬੰਦੇ ਕਰਦਾ ਸਮਾਜ, ਮਤਭੇਦ ਵਾਲਾ ਕੋਈ ਮੁੱਦਾ ਨਾ ਉਠਾਓ। ਚਲੋ ਠੀਕ ਮਤਭੇਦ ਨੇ, ਉਹਨਾਂ ਨੇ ਫੱਟੇ ਚੱਕਦੇ 10 ਗ੍ਰੰਥ ਨੂੰ ਪ੍ਰਚਾਰਨ ਦੇ, ਹੋਰ ਸਾਰਾ ਕੁਝ ਕਰਨ ਦੇ, ਬਾਕੀਆਂ ਦੇ ਮੂੰਹ ਬੰਦ ਹੋ ਗਏ। ਚਲੋ ਠੀਕ ਹੈ ਮਾਲੀ ਸਾਹਿਬ, ਤੁਹਾਡਾ ਟੇਕ ਆ ਗਿਆ। ਖੱਬੇ ਪੱਖੀ ਕਹਿ ਲਓ, ਮੈਨੂੰ ਕਾਮਰੇਡ ਕਹਿ ਲਓ, ਪਰ ਸਿੱਖੀ ਸੰਕਲਪ, ਸਿੱਖੀ ਸੋਚ, ਸਿੱਖੀ ਵਿਹਾਰ, ਸਿੱਖੀ ਪ੍ਰਤੀਕਰਮ, ਉਹਨੂੰ ਸ਼ੁੱਧਤਾ ਵਾਲੇ ਪਾਸੇ ਲਿਜਾਣ ਲਈ ਠੀਕ ਹੈ ਮਾਲੀ ਸਾਹਿਬ, ਤੁਹਾਡਾ ਟੇਕ ਆ ਗਿਆ। ਗੁਰਤੇਜ ਸਿੰਘ ਜੀ, ਬਹੁਤ ਸੰਖੇਪ ਵਿੱਚ ਮੈਨੂੰ ਤੁਹਾਡਾ ਜਵਾਬ ਚਾਹੀਦਾ, 1 ਮਿੰਟ ਦੇ ਵਿੱਚ ਤੁਸੀਂ ਜਵਾਬ ਦਿਓ ਮੈਨੂੰ ਕਿਰਪਾ ਕਰਕੇ। ਜਿਵੇਂ ਮਾਲੀ ਸਾਹਿਬ ਕਹਿ ਰਹੇ ਆ, ਬੇਅਦਬੀ ਦੀ ਪਰਿਭਾਸ਼ਾ ਜੇ ਤੈਅ ਹੋ ਗਈ ਤਾਂ ਇਸ ਨੂੰ ਸਿਆਸੀ ਹਥਿਆਰ ਵਜੋਂ ਨਹੀਂ ਵਰਤਿਆ ਜਾਊਗਾ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਮਾਲੀ ਸਾਹਿਬ ਦਾ ਇਹ ਪੂਰਾ ਸਵਾਲ ਨਹੀਂਗਾ, ਉਹ ਬੇਅਦਬੀ ਦੀ ਪਰਿਭਾਸ਼ਾ ਜਿਹੜੀ ਆ ਉਸ ਨੂੰ ਪਰਿਭਾਸ਼ਿਤ ਕਰਨ ਦੀ ਗੱਲ ਤੇ ਜ਼ੋਰ ਦੇ ਰਹੇ। ਨਹੀਂ, ਦੇਖੋ, ਇਹ ਇੱਕ ਪਾਰਟ ਹੈ ਔਰ ਬੜਾ ਛੋਟਾ ਪਾਰਟ ਹੈ ਜਿਹੜੇ ਸਾਰੇ ਵਰਤਾਰੇ ਦਾ। ਜਿਹੜਾ ਸਾਰਾ ਵਰਤਾਰਾ ਹੈਗਾ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਨੇ ਇੱਕ ਸਮਾਜ ਸਿਰਜਿਆ ਜਿਹੜਾ ਜਾਤ ਪਾਤੀ ਸਮਾਜ ਤੋਂ ਬਾਹਰ ਹੈ। ਜਿਹੜੀ ਅੱਜ ਸ਼ਕਤੀ ਆ ਸਾਡੇ ਹਿੰਦੁਸਤਾਨ ਦੇ ਵਿੱਚ ਪਹਿਲਾਂ ਵੀ ਰਹੀ ਹੈ, 1947 ਤੋਂ ਬਾਅਦ ਸਦਾ ਹੀ ਇਹ ਉਹਦੀ ਚਲੀ ਆਉਂਦੀ ਹੈ। ਉਹਨਾਂ ਦਾ ਇੱਕੋ ਮੰਤਵ ਹੈ ਕਿ ਜਿਹੜਾ ਹਿੰਦੂ ਧਰਮ ਹੈ, ਜੋ ਇਸ ਦੀ ਪ੍ਰਭੂ ਸੱਤਾ ਹੈ, ਇਸ ਨੂੰ ਦੁਬਾਰੇ ਸਥਾਪਿਤ ਕੀਤਾ ਜਾਵੇ।
ਇਸ ਦੇ ਗੌਰਵ ਨੂੰ ਦੁਬਾਰੇ ਸਥਾਪਿਤ ਕੀਤਾ ਜਾਵੇ। ਉਹ ਇਸ ਗੁਰੂ ਗ੍ਰੰਥ ਸਾਹਿਬ ਨੂੰ ਇਸ ਦੇ ਰਾਹ ਦੇ ਵਿੱਚ ਰੋੜਾ ਸਮਝਦੇ ਨੇ ਔਰ ਇਸ ਨੂੰ ਗੁਰਤੇਜ ਥੋੜਾ ਸਰ ਮੈਂ ਥੋੜਾ ਮੈਨੂੰ ਇੱਕ ਸਵਾਲ ਕਰ ਲੈਂਦਾ ਸਰ ਪਲੀਜ਼। ਕਦੇ ਸਾਡੀ ਡਿਬੇਟ ਵਿੱਚ ਕਮਿਊਨਿਸਟ ਸ਼ਬਦ ਆ ਗਿਆ, ਕਦੇ ਬ੍ਰਾਹਮਣਵਾਦ ਸ਼ਬਦ ਆ ਗਿਆ, ਕਦੇ ਹਿੰਦੂ ਸ਼ਬਦ ਆ ਗਿਆ। ਗੁਰਤੇਜ ਸਿੰਘ ਜੀ, ਸਾਡੇ ਗੁਰੂ ਸਾਹਿਬਾਨਾਂ ਸਾਨੂੰ ਸਰਬੱਤ ਦੇ ਭਲੇ ਦੇ ਫਲਸਫੇ ਦੀ ਗੱਲ ਕੀਤੀ ਹੈ ਸਰ। ਦੇਖੋ ਹਾਂ, ਤਾਂ ਫਿਰ ਆਪਾਂ ਕੀ ਕਰੀਏ? ਹਾਂ। ਆਪਾਂ ਕੀ ਕਰੀਏ ਵੀ ਕਹੀਏ ਵੀ ਸਿੱਖਾਂ ਨੇ ਇਹ ਬੇਦਬੀਆਂ ਕੀਤੀਆਂ ਨੇ, ਸਿੱਖ ਕਰਵਾ ਰਹੇ ਆ? ਨਹੀਂ ਹੈਗਾ ਨਾ। ਇਸ ਤਰ੍ਹਾਂ ਨਾਲ ਜੋ ਸੱਚ ਆ ਉਹਦਾ ਕਹਿਣਾ ਪੈਂਦਾ ਹੈ। ਹੁਣ ਜਿਹੜੀਆਂ ਸ਼ਕਤੀਆਂ ਮੈਂ ਪਹਿਲਾਂ ਅਰਜ਼ ਕੀਤੀ ਸੀ ਵੀ ਆਹ ਲੋਕ ਹਨਗੇ, ਜਿਹੜੇ ਐਕਸ ਹਨਗੇ ਜਿਹੜੇ ਕਿ ਕਰਵਾ ਰਹੇ ਨੇ। ਹੁਣ ਇਹਨਾਂ ਦਾ ਮੰਤਵ ਕੀ ਹੈ? ਮੰਤਵ ਇਹਨਾਂ ਦਾ ਇਹ ਹੈਗਾ ਕਿ ਇੱਕ ਜਿਹੜਾ ਸਮਾਜ ਸਾਡਾ ਜਾਤ ਪਾਤੀ ਸਮਾਜ ਆ, ਉਸ ਵਾਸਤੇ ਗੁਰੂ ਗ੍ਰੰਥ ਸਾਹਿਬ ਇੱਕ ਖਤਰਾ ਬਣਿਆ ਹੋਇਆ ਹੈ ਔਰ ਇਸ ਖਤਰੇ ਨੂੰ ਟਾਲਣਾ ਹੈ। ਇਸ ਨੂੰ ਸਿੱਖਾਂ ਦੇ ਮਨਾਂ ਦੇ ਫਿਰ ਗੁਰਤੇਜ ਸਿੰਘ ਜੀ ਮੈਂ ਚਰਚਾ ਇੱਥੇ ਮੁਲਤਵੀ ਕਰਾਂ। ਬੇਅਦਬੀਆਂ ਹੁੰਦੀਆਂ ਰਹਿਣਗੀਆਂ ਜੇ ਸਿਆਸੀ ਏਜੰਡੇ ਆ ਜਿਹੜੇ ਉਹ ਸੈੱਟ ਰਹਿਣਗੇ ਤਾਂ। ਨਹੀਂ, ਦੇਖੋ ਸਿਆਸੀ ਏਜੰਡੇ ਸੈੱਟ ਰਹਿਣਗੇ ਜਿੰਨੀ ਦੇਰ ਤੱਕ ਤੁਸੀਂ ਇਸ ਗੱਲ ਦੇ ਅਵੇਅਰ ਨਹੀਂ ਹੁੰਦੇ ਔਰ ਜਿੰਨੀ ਦੇਰ ਤੱਕ ਤੁਸੀਂ ਸਿਆਸੀ ਤੌਰ ਦੇ ਉੱਤੇ ਇਸ ਦਾ ਜਵਾਬ ਨਹੀਂ ਦਿੰਦੇ ਉਦੋਂ ਤੱਕ ਚੱਲੀ ਜਾਏਗਾ। ਜਿਸ ਤਰ੍ਹਾਂ ਹੁਣ ਇੱਕ ਸਾਰਾ ਪੰਥ ਦੇ ਵਿੱਚ ਚੱਲ ਰਿਹਾ ਕਿ ਜੀ ਇੱਕ ਸਿਰ ਦੇ ਦਿਓ, ਆਹ ਕਰ ਲਓ, ਅੰਮ੍ਰਿਤ ਛਕ ਲਓ, ਲੇਕਿਨ ਸਿਆਸੀ ਜਿਹੜਾ ਮਸਲਾ ਆਉਣਾ 2024 ਦੇ ਵਿੱਚ ਉਸ ਦਾ ਕੋਈ ਬਣਿਆ ਨਹੀਂ ਜਾ ਰਿਹਾ। ਤਾਂ ਸਿਆਸੀ ਜਿੰਨੀ ਦੇਰ ਜਵਾਬ ਨਹੀਂ ਦਿਓਗੇ ਤੁਸੀਂ ਉਹਨਾਂ ਦਾ, ਉਨੀ ਦੇਰ ਤੱਕ ਇਹ ਸਾਰਾ ਕੁਝ ਹੁੰਦਾ ਰਹੇਗਾ। ਚਲੋ, ਬਹੁਤ ਧੰਨਵਾਦ ਗੁਰਤੇਜ ਸਿੰਘ ਜੀ। ਮੇਰੇ ਕੋਲ ਵਕਤ ਹੁਣ ਇੰਨਾ ਹੀ ਹੈ, ਮੈਂ ਹੋਰ ਵੀ ਸੁਣਨਾ ਚਾਹੁੰਦਾ ਸੀ ਤੁਹਾਨੂੰ। ਮੈਂ ਵਕਤ ਹੁਣ ਇੰਨਾ ਹੀ ਹੈ। ਮਾਲੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਹਰਸਿਮਰਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ। ਡਾਕਟਰ ਖੁਸ਼ਹਾਲ ਸਿੰਘ ਤੁਹਾਡਾ ਬਹੁਤ ਧੰਨਵਾਦ। ਸਵਾਲ ਬਹੁਤ ਸਾਰੇ ਹੈ ਪਰ ਇਸ ਸਵਾਲਾਂ ਦੇ ਜਵਾਬ ਵਿੱਚ ਜਿਹੜੀ ਲੜਾਈ ਹੈਗੀ ਹੈ ਸਿਆਸੀ ਤੌਰ ਤੇ ਜਵਾਬ ਦੇਣਾ ਉਹਦੀ ਜ਼ਰੂਰਤ ਬਣ ਚੁੱਕਿਆ। ਗੁਰਤੇਜ ਸਿੰਘ ਹਰਾਂ ਨੇ ਆਪਣੇ ਆਖਰੀ ਸ਼ਬਦਾਂ ਵਿੱਚ ਇਸ ਡਿਬੇਟ ਵਿੱਚ ਇਹੀ ਕਿਹਾ। ਮਾਲੀ ਸਾਹਿਬ ਨੇ ਸੰਕਲਪ ਦੀ ਗੱਲ ਕੀਤੀ ਹੈ ਤੇ ਹਰਸਿਮਰਨ ਸਿੰਘ ਹਰਾਂ ਨੇ ਕਿਹਾ ਕਿ ਸਾਨੂੰ ਇਸ ਤੇ ਹੋਰ ਤਰੀਕੇ ਨਾਲ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਹੈ। ਡਾਕਟਰ ਖੁਸ਼ਹਾਲ ਸਿੰਘ ਹਰੀ ਕਹਿੰਦੇ ਆ ਕਿ ਜਿਹੜੀ ਉਹਦੀ ਸਰਕਾਰ ਹੈਗੀ ਜਿਹੜੀ ਪੰਥਕ ਪੋਲਿਟਿਕਸ ਦੀ ਗੱਲ ਕਰਦੀ ਹੈ ਤੇ ਉਹਨੇ ਕੀ ਕੀਤਾ। ਬਹੁਤ ਸਾਰੇ ਸਵਾਲ ਹੈ ਕਿ ਇਹ ਚਰਚਾ ਮੁਲਤਵੀ ਕਰ ਰਿਹਾ, ਮੈਂ ख़त्म नहीं कर रहा क्योंकि ਇਹ ਮੁੱਦਾ ਅੱਜ ਵੀ ਨਹੀਂ, ਕੱਲ੍ਹ ਵੀ ਨਹੀਂ, ਪਰਸੋਂ ਵੀ ਨਹੀਂ, ਬਹੁਤ ਦਿਨਾਂ ਦੇ ਵਿੱਚ ਇਹ ਮੁੱਦੇ ਵਾਰ-ਵਾਰ ਉਠਾਏ ਜਾਣਗੇ ਤੇ ਵਾਰ-ਵਾਰ ਤੁਹਾਡੇ ਅੱਗੇ ਰੱਖੇ ਜਾਣਗੇ ਤੇ ਤੁਹਾਡੀਆਂ ਭਾਵਨਾਵਾਂ ਨਾਲ ਖੇਡਿਆ ਜਾਵੇਗਾ। ਬਹੁਤ ਧੰਨਵਾਦ।